दरिद्र तिनके गए। सतगुर चरण जिन परसिया, से पथ परेत सुर नर भये। सतगुर चरण जिन परसिया, से पथ परेत सुर नर भये। जुगो जुग अटल चबर तखत दे मालिक, धन धन साहिब श्री गुरु ग्रंथ साहिब जी महाराज सच्चे पातशाह, जिन्हां दी पावन पवित्र हजूरी अंदर जुड़ बैठी गुरु प्यारी, गुरु सवारी, गुरु खालसा संगत जी। प्यार सहित असिध सहित सीस झुकाओ, सारे ही प्रेम सहित आखो दियो वाहिगुरु जी का खालसा, वाहिगुरु जी की फतेह। गुरु प्यारे साध संगत जी, बड़े भागी हो जो आप जी। धन धन साहिब श्री गुरु तेग बहादुर साहिब जी महाराज सच्चे पातशाह, तिन्हां दे पावन पवित्र आगमन दिहाड़े नूं मुख रखदियां होइयां लाखी बाणी भुरकी बाणी आई, दिन सतवी संत मटाई। वाहो वाहो बाणी निरंकार है, जिस देवट अवर न कोय। ऐसी निरंकार स्वरूप बाणी दे श्री अखंड पाठ साहिब जी दे भोग उपरंत अरदास हुक्मनामा आप जी सरवण करके, उस तो उपरंत कल युग में कीर्तन प्रधाना, गुरमुख जपिए लाए ध्याना। अलाही बाणी दा रस भिन्ना कीर्तन सरवण करके अपने मनुखा जीवन दे कीमती समय सवासां नूं सफला बना रहे हो। सो आओ जिन्ना को समा सतगुरु जी की कृपा दे नाल प्राप्त होया है, बाकी रहंदे होए समय नूं भी गुर इतिहास नाल गुरु शब्द दियां विचारां नाल जुड़ करके सफला कर सकीए। सो धन धन साहिब श्री गुरु तेग बहादुर साहिब जी महाराज सच्चे पातशाह, जिन्हां दी वडियाई करते होए दशमेश पिता जी, जो धन धन साहिब श्री गुरु तेग बहादुर महाराज सच्चे पातशाह जियां दे लखते जिगर हन। साहिब जी बचन करते ने, जो आप जी हुणे ही गुरमुखां दे पासों रागी ਸਿੰਘਾਂ ਦੇ ਪਾਸੋਂ ਸ਼ਬਦ ਰੂਪ ਦੇ ਵਿੱਚ ਕੀਰਤਨ ਰੂਪ ਦੇ ਵਿੱਚ ਸਰਵਣ ਵੀ ਕਰ ਰਹੇ ਸੀ। ਜੋ ਨਿਤ ਅਸੀਂ ਅਰਦਾਸ ਦੇ ਵਿੱਚ ਰੋਜ਼ਾਨਾ ਹੀ ਗੁਰਸਿੱਖ ਪੜ੍ਹਦੇ ਨੇ ਕਿ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਤ ਆਵੈ ਧਾਏ, ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਕੌਣ ਹਨ ਕਿ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ, ਜਿਨ੍ਹਾਂ ਦੀ ਯਾਦ ਹਿਰਦੇ ਵਿੱਚ ਟਿਕਾਉਣ ਦੇ ਨਾਲ ਦੁਨੀਆ ਦੌੜ ਭੱਜ ਕਰਦੀ ਹੈ ਮਾਇਆ ਦੀ ਖਾਤਰ। ਕਈ ਲੋਕ ਮਾਇਆ ਦੀ ਖਾਤਰ ਗੁਨਾਹ ਵੀ ਕਰ ਜਾਂਦੇ ਨੇ, ਪੱਧਰ ਕਰ ਜਾਂਦੇ ਨੇ, ਪਾਪ ਕਰ ਜਾਂਦੇ ਨੇ, ਜੀਵ ਦੀ ਹੱਤਿਆ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਪਰ ਇੱਕ ਮਾਇਆ ਦੀ ਖਾਤਰ ਜਿਹੜੀ ਕਿ ਮਾਇਆ ਸਦੀਵ ਕਾਲ ਮਨੁੱਖ ਦੇ ਨਾਲ ਨਹੀਂ ਜਾਂਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਗੁਰਸਿੱਖਾ ਤੈਨੂੰ ਆਪਣੇ ਜੀਵਨ ਦੇ ਵਿੱਚ ਕੁਝ ਅਪਣਾਉਣ ਦੀ ਲੋੜ ਨਹੀਂ। ਤੈਨੂੰ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਬੇਅੰਤ ਬਰਕਤਾਂ ਬਾਣੀ ਦੇ ਅੰਦਰ ਦਿੱਤੀਆਂ ਹੋਈਆਂ ਨੇ, ਤੇ ਜਿਹੜਾ ਇੱਕ ਵਾਰ ਆਪਣੇ ਹਿਰਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਯਾਦ ਨੂੰ ਵਸਾਉਂਦਾ ਹੈ, ਉਹਨਾਂ ਦੇ ਨਾਮ ਨੂੰ ਵਸਾਉਂਦਾ ਹੈ। ਗੁਰੂ ਤੇਗ ਬਹਾਦਰ ਸਿਮਰਿਐ, ਸਿਮਰਨ ਦੇ ਨਾਲ, ਉਹਨਾਂ ਦਾ ਚਿੰਤਨ ਹਿਰਦੇ ਵਿੱਚ ਕਰਨ ਦੇ ਨਾਲ ਘਰ ਨੌ ਨਿੱਧ, ਨੌ ਨਿੱਧੀਆਂ, 18 ਸਿੱਧੀਆਂ, ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ ਰਹਿ ਜਾਂਦਾ ਉਸ ਗੁਰਸਿੱਖ ਨੂੰ, ਜਿਹਦੇ ਘਰ ਦੇ ਵਿੱਚ ਰੋਜ਼ਾਨਾ ਹੀ ਗੁਰਬਾਣੀ ਦਾ ਨਿਤਨੇਮ ਹੈ, ਅੰਮ੍ਰਿਤ ਵੇਲੇ ਦਾ ਪੰਜਾਂ ਬਾਣੀਆਂ ਦਾ ਨਿਤਨੇਮ ਹੈ, ਸੰਧਿਆ ਵੇਲੇ ਦੀ ਰਹਿਰਾਸ ਸਾਹਿਬ ਹੈ।
ਰਾਤ ਸੌਣ ਤੋਂ ਪਹਿਲਾਂ ਕੀਰਤਨ ਸੋਹਲਾ ਸਾਹਿਬ ਦੀ ਬਖਸ਼ਿਸ਼ ਹੈ, ਪ੍ਰਮਾਤਮਾ ਦੀ ਯਾਦ ਹੈ, ਵਾਹਿਗੁਰੂ ਗੁਰ ਮੰਤਰ ਦੀ ਦਾਤ ਹੈ, ਮੂਲ ਮੰਤਰ ਦੀ ਜੀਵਨ ਦੇ ਅੰਦਰ ਸਿਮਰਨ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਹਿਜ ਪਾਠ ਹੈ, ਨਿਤਨੇਮ ਹੈ, ਵੱਧ ਤੋਂ ਵੱਧ ਬਾਣੀਆਂ ਦਾ ਜਾਪ ਤੇ ਅਭਿਆਸ ਹੈ। ਉਹਦੇ ਜੀਵਨ ਦੇ ਵਿੱਚ, ਉਹਦੇ ਪਰਿਵਾਰ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਘਾਟਾ ਰਹਿ ਨਹੀਂ ਜਾਂਦਾ। ਨਾਉ ਨਿਧ ਦੁਨੀਆ ਦੌੜਦੀ ਮਾਇਆ ਪਿੱਛੇ, ਪਰ ਸਤਿਗੁਰੂ ਜੀ ਬਚਨ ਕਰਦੇ ਨੇ ਮਾਇਆ ਤੇਰੇ ਪਿੱਛੇ ਦੌੜੀ ਫਿਰੇਗੀ। ਇੱਕ ਵਾਰ ਤੂੰ ਸਤਿਗੁਰਾਂ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਤਾਂ ਵੇਖ। ਐਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਤਿਨਾਂ ਦੇ ਆਗਮਨ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸੰਗਤ ਰੂਪ ਦੇ ਵਿੱਚ ਇਕੱਤਰ ਹੋਏ ਹਾਂ। ਵੱਡ ਭਾਗੇ ਹੋ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਕੁਰਬਾਨੀ ਹਾਉ ਕੁਰਬਾਨੀ ਤਿਨਾਂ ਗੁਰ ਸਿੱਖਾਂ, ਭਾਏ ਭਗਤ ਗੁਰਪੁਰਬ ਕਰਨ ਤੇ। ਮੈਂ ਕੁਰਬਾਨ ਜਾਂਦਾ ਹਾਂ ਐਸੇ ਮਰਜੀਵੜੀਆਂ ਗੁਰਸਿੱਖਾਂ ਤੋਂ, ਪ੍ਰੇਮ ਵਾਲਿਆਂ ਗੁਰਸਿੱਖਾਂ ਤੋਂ, ਜੋ ਪ੍ਰੇਮਾ ਭਗਤੀ ਦੇ ਸਹਿਤ ਸਤਿਗੁਰਾਂ ਦੇ ਦਿਹਾੜੇ ਮਨਾਉਂਦੇ ਨੇ, ਗੁਰਪੁਰਬ ਮਨਾਉਂਦੇ ਨੇ, ਗੁਰਤਾ ਗੱਦੀ ਦਿਵਸ ਮਨਾਉਂਦੇ ਨੇ, ਸ਼ਹੀਦੀ ਦਿਹਾੜੇ ਮਨਾਉਂਦੇ ਨੇ, ਜੋਤੀ ਜੋਤ ਸਮਾਵਣ ਦਿਵਸ ਮਨਾਉਂਦੇ ਨੇ। ਕਿਉਂਕਿ ਇਹਦੇ ਨਾਲ, ਇਸ ਤਰ੍ਹਾਂ ਕਰਨ ਦੇ ਨਾਲ ਸਤਿਗੁਰਾਂ ਦਾ ਇਤਿਹਾਸ ਤਰੋ ਤਾਜ਼ਾ ਹੋ ਜਾਂਦਾ ਹੈ। ਅਤੇ ਸਾਨੂੰ ਰੋਜ਼ਾਨਾ ਹੀ ਹੁਕਮ ਹੈ ਗੁਰੂ ਪਿਤਾ ਜੀ ਦਾ, ਆਪਣੇ ਘਰਾਂ ਦੇ ਵਿੱਚ ਬੈਠ ਕਰਕੇ ਨਿਤ ਹੀ ਇਤਿਹਾਸ ਤੋਂ ਜਾਣੂ ਹੋਈਏ, ਜੋ ਅੱਜ ਅਸੀਂ ਛੱਡਦੇ ਜਾ ਰਹੇ ਹਾਂ। ਇਹੀ ਕਾਰਨ ਸਾਡੇ ਵਿੱਚ ਅੱਜ ਕਮੀਆਂ ਆਉਂਦੀਆਂ ਜਾ ਰਹੀਆਂ ਨੇ। ਇਤਿਹਾਸ ਨਿਤ ਅਸੀਂ ਪੜ੍ਹਨਾ ਹੈ, ਨਿਤ ਅਸੀਂ ਬੱਚਿਆਂ ਨੂੰ ਸਾਖੀਆਂ ਸੁਣਾਉਣੀਆਂ ਤਾਂ ਕਿ ਜਾਣੂ ਹੋ ਸਕਣ ਕਿ ਅਸੀਂ ਕੌਣ ਹਾਂ, ਅਸੀਂ ਕਿੰਨਾਂ ਦੇ ਵਾਰਸ ਹਾਂ ਤੇ ਸਾਡੇ ਵਡੇਰਿਆਂ ਨੇ ਕਿਹੜੇ ਕਾਰਜ ਕੀਤੇ ਨੇ। ਇਹ ਕਦੋਂ ਪਤਾ ਚੱਲੇਗਾ? ਜਿਸ ਵੇਲੇ ਅਸੀਂ ਆਪਣੇ ਸਾਹਿਬਾਂ ਦਾ ਇਤਿਹਾਸ ਵਿਚਾਰਾਂਗੇ। ਤਾਂ ਭਾਈ ਸਾਹਿਬ ਜੀ ਬਚਨ ਕਰਦੇ ਨੇ, ਮੈਂ ਕੁਰਬਾਨ ਉਹਨਾਂ ਗੁਰਸਿੱਖਾਂ ਤੋਂ ਜੋ ਪ੍ਰੇਮਾ ਭਗਤੀ ਦੇ ਨਾਲ ਗੁਰਪੁਰਬ ਸਤਿਗੁਰਾਂ ਦੇ ਦਿਹਾੜੇ ਮਨਾਉਂਦੇ ਨੇ। ਸੋ ਐਸੇ ਦੀਨ ਦਿਆਲ ਸਤਿਗੁਰ ਸੱਚੇ ਪਾਤਸ਼ਾਹ ਤਿਨਾਂ ਦਾ ਆਗਮਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਬਾਲਕ ਤਿੰਨਾਂ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। ਗੁਰਬਾਣੀ ਦਾ ਫਰਮਾਨ ਹੈ, ਧੰਨ ਧੰਨ ਪਿਤਾ, ਧੰਨ ਧੰਨ ਮਾਤਾ, ਧੰਨ ਧੰਨ ਪਿਤਾ, ਧੰਨ ਧੰਨ ਸੋ ਵਾਹਿਗੁਰੂ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਉਹ ਮਾਂ ਵੀ ਧੰਨਤਾ ਦੇ ਯੋਗ ਮਾਤਾ ਨਾਨਕੀ ਜੀ, ਤਿਨਾਂ ਦੀ ਕਿਤਨੀ ਸੇਵਾ ਤੇ ਸਿਮਰਨ ਤੇ ਬੰਦਗੀ ਹੋਵੇਗੀ ਕਿ ਜਿਨ੍ਹਾਂ ਦੀ ਕੁੱਖ ਤੋਂ ਐਸੇ ਮਹਾਨ ਮਹਾਪੁਰਸ਼ ਦਾ ਆਗਮਨ ਹੋਇਆ। ਉਹ ਮਾਂ ਮਾਤਾ ਨਾਨਕੀ ਜੀ ਵੀ ਧੰਨਤਾ ਦੇ ਯੋਗ ਹਨ। ਪਿਤਾ ਜੀ, ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਧੰਨਤਾ ਦੇ ਯੋਗ ਹਨ। ਉਹ ਕੁੱਲ ਧੰਨਤਾ ਦੇ ਯੋਗ ਹੈ। ਤੇ ਧੰਨ ਧੰਨ ਸੋ ਜਨਨੀ ਜਿਹਨੂੰ ਗੁਰੂ ਜਣਿਆ ਮਾਏ, ਜਿਸ ਨੇ ਗੁਰੂ ਨੂੰ ਉਹ ਮਾਂ ਨੇ ਜਨਮ ਦਿੱਤਾ, ਉਹ ਮਾਂ ਧੰਨਤਾ ਯੋਗ ਹੋ ਗਈ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿਠਾ ਤਿੰਨਾ ਲਏ ਛੜਾਏ। ਉਹ ਗੁਰੂ ਵੀ ਧੰਨਤਾ ਦੇ ਯੋਗ ਜਿਨਨੇ ਆਪਣੇ ਜੀਵਨ ਦੇ ਵਿੱਚ ਬੰਦਗੀ ਕੀਤੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਜੀਵਨ ਦਾ ਲੰਮਾ ਸਮਾਂ ਬੰਦਗੀ ਦੇ ਵਿੱਚ ਬੈਠ ਕਰਕੇ, ਪ੍ਰਮਾਤਮਾ ਦੇ ਨਾਮ ਸਿਮਰਨ ਦੇ ਵਿੱਚ ਬੈਠ ਕਰਕੇ ਅਕਾਲ ਪੁਰਖ ਦੀ ਬੰਦਗੀ ਕਰਦਿਆਂ ਹੋਇਆਂ ਬਤੀਤ ਕੀਤਾ ਤੇ ਆਖਰ ਇਬਾਦਤ ਨੂੰ ਮੁੱਖ ਰੱਖਦਿਆਂ ਹੋਇਆਂ, ਜੀਵਨ ਦਾ ਆਧਾਰ ਬਣਾਉਂਦਿਆਂ ਹੋਇਆਂ ਸ਼ਹਾਦਤ ਦਾ ਸਿਖਰ ਕਰਕੇ ਵਿਖਾਇਆ। ਇੱਕ ਤਾਂ ਹੁੰਦਾ ਏ ਆਪਣੇ ਪੰਥ ਦੀ ਖਾਤਰ ਮਰਨਾ, ਇੱਕ ਹੁੰਦਾ ਏ ਆਪਣਿਆਂ ਦੇ ਵਾਸਤੇ, ਆਪਣੇ ਧਰਮ ਦੀ ਖਾਤਰ, ਧਰਮ ਦੀ ਰੱਖਿਆ ਲਈ ਜੂਝ ਕੇ ਸ਼ਹੀਦੀਆਂ ਪਾ ਜਾਣਾ। ਪਰ ਇੱਕ ਹੁੰਦਾ ਹੈ ਕਿਸੇ ਦੂਸਰੇ ਦੇ ਧਰਮ ਵਾਸਤੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ, ਤਿਨਾਂ ਦੀ ਸ਼ਹਾਦਤ ਵੀ ਲਾਸਾਨੀ ਹੈ ਕਿ ਜਿਨ੍ਹਾਂ ਨੇ ਇੱਕ ਹਿੰਦੂ ਧਰਮ ਨੂੰ ਬਚਾਉਣ ਵਾਸਤੇ, ਤਿਲਕ ਜਨੇਊ ਦੀ ਰੱਖਿਆ ਕਰਨ ਵਾਸਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਐਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ, ਤਿਨਾਂ ਦਾ ਆਗਮਨ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਜਿਸ ਅਸਥਾਨ ਤੇ ਆਗਮਨ ਹੋਇਆ ਹੈ, ਜਿਸ ਅਸਥਾਨ ਦਾ ਨਾਮ ਗੁਰੂ ਕੇ ਮਹਿਲ ਹੈ। ਜਿਸ ਪਾਵਨ ਧਰਤੀ ਦੇ ਬਾਰੇ ਗੁਰਬਾਣੀ ਅੰਦਰ ਫਰਮਾਨ ਆਉਂਦਾ ਹੈ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਾਇਐ,
ਰਾਮਦਾਸ ਸਰ ਐਸੀ ਪਾਵਨ ਧਰਤੀ ਨੂੰ ਭਾਗ ਲੱਗੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਮਹਾਨ ਆਗਮਨ, ਮਹਾਨ ਦਿਹਾੜਾ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਜੋ ਅੱਜ ਅਸੀਂ ਮਨਾ ਰਹੇ ਹਾਂ। ਐਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਮਾਂ ਬਤੀਤ ਹੁੰਦਾ ਗਿਆ ਹੈ, ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਪ੍ਰਕਾਸ਼ ਹੁੰਦਾ ਏ, ਉਸ ਵੇਲੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ, ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਅੰਮ੍ਰਿਤ ਵੇਲੇ ਦਾ ਸਮਾਂ ਹੈ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਸ਼੍ਰੀ ਦਰਬਾਰ ਸਾਹਿਬ ਵਿਖੇ ਉਸ ਵੇਲੇ ਆਸਾ ਕੀ ਵਾਰ ਦਾ ਕੀਰਤਨ ਚੱਲ ਰਿਹਾ ਹੈ। ਤੇ ਸੇਵਾਦਾਰ ਨੇ ਜਾ ਕੇ ਤੇ ਇਹ ਖੁਸ਼ਖਬਰੀ ਸੁਣਾਈ ਹੈ ਕਿ ਸੱਚੇ ਪਾਤਸ਼ਾਹ ਆਪ ਜੀਆਂ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਆਗਮਨ ਹੋਇਆ ਹੈ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀਆਂ ਤੋਂ ਪਹਿਲੇ ਸਤਿਗੁਰਾਂ ਦੇ ਗ੍ਰਹਿ ਵਿਖੇ ਪਹਿਲਾਂ ਹੀ 4 ਸਾਹਿਬਜ਼ਾਦੇ ਨੇ, ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਤੇ ਬਾਬਾ ਸੂਰਜ ਮਲ ਜੀ, ਤੇ ਇੱਕ ਬੀਬੀ ਹਨ, ਇੱਕ ਪੁੱਤਰੀ ਹਨ ਬੀਬੀ ਪੀਰੋ ਜੀ। ਤੇ 5ਵੀਂ ਜਗ੍ਹਾ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਆਗਮਨ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਖਬਰ ਸੁਣੀ ਹੈ ਪਰ ਉੱਠੇ ਨਹੀਂ। ਜੇਕਰ ਸਾਡੇ ਵਰਗਾ ਕੋਈ ਦੁਨਿਆਵੀ ਬੰਦਾ ਹੁੰਦਾ, ਜੇ ਅਸੀਂ ਆਪਣੀ ਗੱਲ ਕਰੀਏ ਤੇ ਸਾਡੇ ਵਰਗਾ ਕੋਈ ਕੀਰਤਨ ਦਰਬਾਰ ਦੇ ਵਿੱਚ ਬੈਠਾ ਹੋਵੇ ਤੇ ਪਰਿਵਾਰ ਦੇ ਵਿੱਚੋਂ ਖਬਰ ਮਿਲ ਜਾਵੇ ਕਿ ਤੁਹਾਡੇ ਗ੍ਰਹਿ ਦੇ ਵਿੱਚ ਬੱਚਾ ਆਇਆ ਹੈ, ਬੇਟਾ ਆਇਆ ਹੈ, ਤੇ ਆਮ ਦੁਨੀਆਦਾਰਾਂ ਦੀ ਗੱਲ ਕਰਦੇ ਹਾਂ, ਕਿਧਰੇ ਜਾਣਾ ਹੈ ਬਾਣੀ, ਕਿਧਰੇ ਜਾਣਾ ਹੈ ਕੀਰਤਨ ਦਰਬਾਰ, ਕਿਧਰੇ ਜਾਣਾ ਸਾਡਾ ਨਿਤਨੇਮ, ਤੇ ਉਸੇ ਵੇਲੇ ਹੀ ਛਾਲਾਂ ਮਾਰਦੇ ਹੋਏ ਆਪਣੇ ਘਰ ਦੇ ਵਿੱਚ ਪਹੁੰਚ ਜਾਵਾਂਗੇ। ਨਹੀਂ ਪਰਵਾਹ ਗੁਰੂ ਕਿੱਥੇ ਹੈ, ਨਹੀਂ ਪਰਵਾਹ ਕੀਰਤਨ ਦਰਬਾਰ ਕਿੱਥੇ ਚੱਲ ਰਿਹਾ ਹੈ। ਖੁਸ਼ੀ ਹੀ ਇੰਨੀ, ਚਾਹ ਹੀ ਇੰਨਾ ਚੜ ਜਾਂਦਾ ਹੈ। ਸਾਡੇ ਆਮ ਦੁਨੀਆਦਾਰ ਲੋਕਾਂ ਦੀ ਇਹ ਹਾਲਤ ਹੈ। ਖੁਸ਼ੀ ਦੇ ਵਿੱਚ ਵੀ ਜ਼ਿਆਦਾ ਉਛਲ ਜਾਂਦੇ ਆ। ਜਿਸ ਵੇਲੇ ਮੁਸ਼ਕਲਾਂ ਆਉਂਦੀਆਂ ਨੇ, ਦੁੱਖ ਪੈਂਦੇ ਨੇ, ਸੰਕਟ ਪੈਂਦੇ ਨੇ, ਤੇ ਉਸ ਵੇਲੇ ਵੀ ਅਸੀਂ ਜ਼ਿਆਦਾ ਹੀ ਡਾਵਾਂ ਡੋਲ ਹੋ ਜਾਂਦੇ ਆ। ਇੰਨੇ ਡਾਵਾਂ ਡੋਲ ਕਿ ਗੁਰੂ ਦੇ ਉੱਤੇ ਵਿਸ਼ਵਾਸ ਵੀ ਫਿਰ ਡੋਲਣਾ ਸ਼ੁਰੂ ਹੋ ਜਾਂਦਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਨਹੀਂ। ਕੀਰਤਨ ਦੀ ਮਰਿਆਦਾ ਨੂੰ ਉਵੇਂ ਹੀ ਬਹਾਲ ਰੱਖਿਆ ਹੈ। ਭੋਗ ਪੈਣ ਉਪਰੰਤ ਅਰਦਾਸ ਹੋਈ ਤੇ ਹੁਕਮਨਾਮਾ ਲੈਣ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਬਾਹਰ ਆਏ। ਸਾਡੇ ਵਾਸਤੇ ਪੂਰਨੇ ਪਾਏ ਕਿ ਗੁਰਸਿੱਖ ਨੇ ਬਾਣੀ ਦਾ ਸਤਿਕਾਰ ਕਿੰਨਾ ਕਰਨਾ ਹੈ। 10 ਪਾਤਸ਼ਾਹੀਆਂ ਨੇ ਸਾਨੂੰ ਗੁਰਬਾਣੀ ਦਾ ਅਦਬ ਕਰਨਾ ਸਿਖਾਇਆ। ਗੁਰੂ ਨਾਨਕ ਪਾਤਸ਼ਾਹ ਜੀਆਂ ਤੋਂ ਲੈ ਕਰਕੇ 10 ਪਾਤਸ਼ਾਹੀਆਂ ਤੱਕ ਅਸੀਂ ਕਹਿੰਦੇ ਹਾਂ ਜੀ ਅਸੀਂ ਬਹੁਤ ਬਾਣੀ ਪੜ੍ਹਦੇ ਹਾਂ, ਬੜਾ ਸਿਮਰਨ ਕਰਦੇ ਹਾਂ, ਬਹੁਤ ਅਸੀਂ ਸੇਵਾ ਕਰਦੇ ਹਾਂ, ਪਰ ਪਤਾ ਨਹੀਂ ਜੀਵਨ ਦੇ ਵਿੱਚ ਸੁੱਖ ਕਿਉਂ ਨਹੀਂ, ਦੁੱਖ ਕਿਉਂ ਆਉਂਦੇ ਨੇ, ਸੰਕਟ ਕਿਉਂ ਆਉਂਦੇ ਨੇ, ਮਨ ਟਿਕਦਾ ਕਿਉਂ ਨਹੀਂ, ਮਨ ਦਾ ਟਿਕਾਅ ਕਿਉਂ ਨਹੀਂ, ਤੇ ਗੁਰੂ ਸਾਹਿਬ ਜੀ ਸਾਨੂੰ ਦਾਤਾਂ ਕਿਉਂ ਨਹੀਂ ਬਖਸ਼ਦੇ। ਮਨ ਚਿੰਦੀਆਂ ਜੋ ਮਨ ਦੀ ਇੱਛਾ ਹੁੰਦੀ ਏ ਉਹ ਮਨ ਵਿੱਚ ਹੀ ਕਿਉਂ ਰਹਿ ਜਾਂਦੀ ਹੈ, ਪੂਰੀ ਕਿਉਂ ਨਹੀਂ ਹੁੰਦੀ। ਇਹ ਅਸੀਂ ਆਮ ਹੀ ਗੁਰੂ ਦੇ ਨਾਲ ਗਿਲੇ ਤੇ ਸ਼ਿਕਵੇ ਕਰਦੇ ਰਹਿੰਦੇ ਹਾਂ। ਪਿਆਰੀ ਸਾਧ ਸੰਗਤ ਜੀ, ਇਹਦਾ ਕਾਰਨ ਇਹੀ ਹੈ, ਬਾਣੀ ਤਾਂ ਪੜ੍ਹਦੇ ਹਾਂ ਪਰ ਬਾਣੀ ਦਾ ਸਤਿਕਾਰ ਮੁੱਖ ਨਹੀਂ ਰੱਖਦੇ। ਅੱਜ ਅਸੀਂ ਆਪਣੇ ਬੱਚਿਆਂ ਨੂੰ ਦੁਨਿਆਵੀ ਪੜ੍ਹਾਈ ਕਰਾਉਣੀ ਹੋਵੇ ਤੇ ਸਾਡਾ ਅੱਡੀ ਚੋਟੀ ਦਾ ਜ਼ੋਰ ਲੱਗ ਜਾਂਦਾ ਏ ਕਿ ਇਹਨਾਂ ਦੀ ਪੜ੍ਹਾਈ ਨੂੰ ਮੁੱਖ ਰੱਖ ਕਰਕੇ ਵਧੀਆ ਤੋਂ ਵਧੀਆ ਸਕੂਲ, ਵਧੀਆ ਤੋਂ ਵਧੀਆ ਢੰਗ ਤਰੀਕੇ ਦੇ ਨਾਲ ਸਿਖਲਾਈ ਦਿੱਤੀ ਜਾਵੇ ਕਿ ਜੀਵਨ ਦੇ ਵਿੱਚ ਕੁਝ ਬਣ ਜਾਣ, ਇਹ ਸਮਾਜ ਵਿੱਚ ਫੇਲ ਨਾ ਹੋਣ, ਸਮਾਜ ਦੇ ਨਾਲ ਹੀ ਮੋਢੇ ਦੇ ਨਾਲ ਮੋਢਾ ਜੋੜ ਕੇ ਤੇ ਅਗਾਂਹ ਵਧੂ ਹੋ ਜਾਵਣ। ਚੰਗੀ ਗੱਲ ਹੈ, ਚੱਲਣਾ ਵੀ ਚਾਹੀਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕਦੇ ਵੀ ਆਪਣੇ ਗੁਰਸਿੱਖਾਂ ਨੂੰ ਅਨਪੜ੍ਹ ਰਹਿਣ ਵਾਸਤੇ ਨਹੀਂ ਕਿਹਾ ਤੁਸੀਂ ਦੁਨਿਆਵੀ ਵਿੱਦਿਆ ਨਾ ਪੜ੍ਹੋ। ਵਿੱਦਿਆ ਤਾਂ ਬੰਦੇ ਦਾ ਤੀਸਰਾ ਨੇਤਰ ਹੈ, ਪਰ ਜਿੱਥੇ ਅਸੀਂ ਵਿੱਦਿਆ ਨੂੰ ਪਹਿਲ ਦਿੱਤੀ, ਅਸੀਂ ਗੁਰਮਤਿ ਨੂੰ ਛੱਡ ਦਿੱਤਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਜਾਮੇ ਤੋਂ ਇਹ ਕਾਰਜ ਸ਼ੁਰੂ ਕਰ ਦਿੱਤਾ ਸੀ ਕਿ ਗੁਰਸਿੱਖ ਨੇ ਆਪਣੇ ਜੀਵਨ ਦੇ ਵਿੱਚ ਬਾਣੀ ਨੂੰ ਪਹਿਲ ਆਧਾਰ ਤੇ ਰੱਖਣਾ ਹੈ, ਦੁਨਿਆਵੀ ਵਿੱਦਿਆ ਨੂੰ 2 ਨੰਬਰ ਤੇ ਰੱਖਣਾ ਹੈ, ਦੂਸਰੇ ਦਰਜੇ ਦੀ ਕਰਕੇ ਰੱਖਣਾ ਹੈ। ਸਭ ਤੋਂ ਪਹਿਲਾਂ ਉਹਦੇ ਜੀਵਨ ਦੇ ਵਿੱਚ ਗੁਰੂ ਦੀ ਮੱਤ ਹੋਵੇ। ਜੇ ਗੁਰੂ ਦੀ ਮੱਤ ਕੋਲ ਹੋਵੇਗੀ ਤਾਂ ਜੀਵਨ ਦੇ ਵਿੱਚ ਕੁਝ ਵੀ ਬਣੀਏ ਤੇ ਨਾਲ ਨਾਲ ਅਸੀਂ ਗੁਰੂ ਦੇ ਸਿੱਖ ਜ਼ਰੂਰ ਬਣੀਏ, ਫਿਰ ਹੀ ਜੀਵਨ ਸਫਲਾ ਹੋਵੇਗਾ। ਇਕੱਲੀ ਵਿੱਦਿਆ ਉਹ ਬੰਦੇ ਨੂੰ ਹੰਕਾਰੀ ਬਣਾ ਸਕਦੀ ਹੈ। ਇਕੱਲੀ ਵਿੱਦਿਆ ਬੰਦੇ ਨੂੰ ਚਿੰਤਾਵਾਂ, ਝੋਰਿਆਂ, ਫਿਕਰਾਂ ਦੇ ਵਿੱਚ ਪਾ ਸਕਦੀ ਹੈ। ਹੋ ਸਕਦਾ ਹੈ ਦੁਨਿਆਵੀ ਵਿੱਦਿਆ ਪੜ੍ਹ ਕੇ ਬੰਦੇ ਨੇ ਤੇ ਪਰਉਪਕਾਰ ਕਰਨਾ, ਭਲਾ ਕਰਨਾ, ਉੱਥੇ ਪਾਪੀ ਬਣ ਜੇ, ਗੁਨਾਹਗਾਰ ਬਣ ਜੇ, ਪੱਧਰ ਕਰਨ ਲੱਗ ਜਾਵੇ, ਰਿਸ਼ਵਤਾਂ ਖਾਣ ਲੱਗ ਜਾਵੇ, ਠੱਗੀਆਂ ਮਾਰਨ ਲੱਗ ਜਾਵੇ।
ਜ਼ਰੂਰੀ ਨਹੀਂ ਕਿ ਪੜ੍ਹਿਆ ਲਿਖਿਆ ਬੰਦਾ ਸਾਫ ਸੁਥਰਾ ਹੋਵੇਗਾ, ਉਹਦਾ ਆਚਰਣ ਤਾਂ ਹੀ ਸ਼ੁੱਧ ਹੋਵੇਗਾ ਜੇ ਗੁਰੂ ਦੀ ਮੱਤ ਨੂੰ ਨਾਲ ਨਾਲ ਵਿਚਾਰਦਾ ਜਾਵੇਗਾ। ਦੁਨਿਆਵੀ ਵਿਦਿਆ ਵੀ ਪੜ੍ਹੇ ਪਰ ਗੁਰਮਤ ਨੂੰ ਪਹਿਲ ਦੇ ਆਧਾਰ ਤੇ ਲੈ ਕੇ ਚੱਲੇ ਤੇ ਫਿਰ ਹੀ ਜੀਵਨ ਜਿਹੜਾ ਏ ਉਹ ਸਫਲ ਹੋਵੇਗਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਾਡੇ ਵਾਸਤੇ ਪੂਰਨੇ ਪਾਏ ਕਿ ਗੁਰਬਾਣੀ ਦਾ ਅਦਬ ਸਤਿਕਾਰ ਉਹ ਮੁੱਖ ਰੱਖ ਕੇ ਚੱਲਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਨੇ, ਇਕੱਲੇ ਨਹੀਂ, ਨਾਲ ਹਨ ਬਾਬਾ ਬੁੱਢਾ ਸਾਹਿਬ ਜੀ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੀ ਆਯੂ 115 ਸਾਲਾਂ ਦੇ ਕਰੀਬ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨਾਲ ਹਨ। ਬਾਬਾ ਬਿਧੀ ਚੰਦ ਜੀ ਇਤਨਾ ਪ੍ਰੇਮ ਕਰਨ ਵਾਲੇ ਛੇਵੇਂ ਪਾਤਸ਼ਾਹ ਜੀ ਨੂੰ ਐਸੇ ਮਰਜੀਬੜੇ ਗੁਰਸਿੱਖ ਪ੍ਰੇਮ ਵਾਲੇ ਨਾਲ ਹਨ। ਪਾਤਸ਼ਾਹ ਜੀ ਆਏ, ਤਿਆਗ ਕਰਕੇ ਬਾਲਕ ਨੂੰ ਆਪਣੀ ਗੋਦ ਵਿੱਚ ਲਿਆ ਹੈ ਤੇ ਇਤਿਹਾਸ ਅੰਦਰ ਜ਼ਿਕਰ ਹੈ ਕਿ ਸਤਿਗੁਰੂ ਜੀ ਨੇ ਆਪਣਾ ਸੀਸ ਝੁਕਾਇਆ ਹੈ। ਬਾਬਾ ਬਿਧੀ ਚੰਦ ਜੀ ਉਸੇ ਸਮੇਂ ਸਵਾਲ ਕਰ ਦਿੱਤਾ, ਸਤਿਗੁਰੂ ਪਾਤਸ਼ਾਹ ਹੋ ਰਿਓ ਗੰਗ ਵਹਾਈ ਹੈ, ਦੁਨਿਆਈ ਆਖੇ ਕਿ ਕਿਉਂ ਸਤਿਗੁਰੂ ਜੀ ਉਲਟੀ ਗੰਗਾ ਵਹਾ ਦਿੱਤੀ। ਆਪ ਜੀ ਗੁਰੂ ਰੂਪ ਹੋ, ਆਪ ਜੀ ਦੇ ਘਰੇ ਬਾਲਕ ਆਇਆ ਹੈ ਤੇ ਇਹ ਕੀ ਗੱਲ ਹੋਈ ਕਿ ਆਪ ਜੀ ਨੇ ਸੀਸ ਝੁਕਾ ਦਿੱਤਾ ਹੈ, ਨਮਸਕਾਰ ਕਰ ਦਿੱਤੀ ਹੈ। ਆਪ ਜੀ ਦੇ ਗ੍ਰਹਿ ਵਿਖੇ ਅੱਗੇ ਵੀ 4 ਪੁੱਤਰ ਨੇ, ਉਹਨਾਂ ਦਾ ਵੀ ਆਗਮਨ ਹੋਇਆ ਪਰ ਆਪ ਜੀ ਨੇ ਉਹਨਾਂ ਨੂੰ ਨਮਸਕਾਰ ਨਹੀਂ ਕੀਤੀ। ਪਰ ਇਸ ਬਾਲਕ ਨੂੰ ਵਿਸ਼ੇਸ਼ ਸਨਮਾਨ, ਵਿਸ਼ੇਸ਼ ਸਤਿਕਾਰ ਕਿਉਂ? ਸਤਿਗੁਰੂ ਪਾਤਸ਼ਾਹ ਜੀ ਮੁਸਕਰਾ ਕਰਕੇ ਕਹਿਣ ਲੱਗੇ, ਬਾਬਾ ਬਿਧੀ ਚੰਦ ਜੀ ਅਸਲ ਦੇ ਵਿੱਚ ਜਿਹੜਾ ਇਹ ਸਾਡਾ ਪੁੱਤਰ ਹੈ ਇਹ ਗਰੀਬਾਂ ਦਾ ਰੱਖਿਅਕ ਹੋਵੇਗਾ। ਜਿਸ ਵੇਲੇ ਦੁਨੀਆ ਦੇ ਉੱਤੇ, ਸੰਸਾਰ ਦੇ ਉੱਤੇ ਸੰਕਟ ਪਵੇਗਾ, ਕੋਈ ਜ਼ੁਲਮ ਦੀ ਹਨੇਰੀ ਵਹੇਗੀ, ਇਹ ਸਾਡਾ ਪੁੱਤ ਜਿਹੜਾ ਹੈ ਉਸ ਜ਼ੁਲਮ ਦੀ ਹਨੇਰੀ ਨੂੰ ਸ਼ਾਂਤ ਕਰਨ ਵਾਸਤੇ ਆਪਣੇ ਸਰੀਰ ਦੀ ਆਹੂਤੀ ਦੇ ਦੇਵੇਗਾ। ਬਹੁਤ ਹੀ ਲਾਸਾਨੀ ਕੁਰਬਾਨੀ ਹੋਵੇਗੀ। ਇਹ ਸਾਡੇ ਇਸ ਪੁੱਤਰ ਦੀ ਤੇ ਜਿਹਦੀ ਕਹਾਣੀ, ਜਿਹਦੀਆਂ ਸਾਖੀਆਂ, ਜਿਹਦਾ ਇਤਿਹਾਸ ਜੋ ਹੈ ਰਹਿੰਦੀ ਦੁਨੀਆ ਤੱਕ ਸੰਸਾਰ ਦੇ ਵਿੱਚ ਚੱਲਦਾ ਰਹੇਗਾ। ਦੁਨੀਆ ਆਉਂਦਿਆਂ ਯੁੱਗਾਂ ਤੱਕ ਇਤਿਹਾਸ ਨੂੰ ਪੜ੍ਹਦੀ ਰਹੇਗੀ, ਵਿਚਾਰਦੀ ਰਹੇਗੀ ਤੇ ਗੁਰੂਆਂ ਦੀਆਂ, ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦੀ ਰਹੇਗੀ। ਇਸ ਪ੍ਰਕਾਰ ਦਾ ਭਵਿੱਖਤ ਬਚਨ ਜਿਸ ਵੇਲੇ ਛੇਵੇਂ ਪਾਤਸ਼ਾਹ ਜੀ ਨੇ ਕੀਤੇ, ਉਸ ਵੇਲੇ ਹੀ ਗੁਰਸਿੱਖਾਂ ਨੂੰ ਪਤਾ ਚੱਲ ਗਿਆ। ਤਿੰਨਾਂ ਨੇ ਵੀ ਨਮਸਕਾਰ ਕੀਤੀ, ਅਦਬ ਤੇ ਸਤਿਕਾਰ ਨਾਲ ਸੀਸ ਝੁਕਾਇਆ। ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਗੋਦ ਦੇ ਵਿੱਚ ਚੁੱਕਿਆ ਹੈ ਬਾਲਕ ਨੂੰ ਤੇ ਬੜੇ ਹੀ ਗੰਭੀਰਤਾ ਸਹਿਤ ਬਚਨ ਕੀਤੇ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਬਾਲਕ, ਹੇ ਬਾਲਕ, ਮੈਨੂੰ ਇਉਂ ਲੱਗਦਾ ਹੈ ਕਿ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਇਤਨੀ ਲੰਬੀ ਆਯੂ, 115 ਸਾਲ ਦੀ ਮੇਰੀ ਉਮਰ ਹੋ ਚੁੱਕੀ ਹੈ ਤੇ ਹੁਣ ਤੱਕ 6 ਪਾਤਸ਼ਾਹੀਆਂ ਦੇ ਦਿਦਾਰੇ ਕੀਤੇ ਨੇ, 5 ਪਾਤਸ਼ਾਹੀਆਂ ਨੂੰ ਗੁਰਤਾ ਗੱਦੀ ਤੇ ਤਿਲਕ ਬਖਸ਼ਿਸ਼ ਕੀਤੇ ਨੇ। ਇਹ ਅਕਾਲ ਪੁਰਖ ਜੀ ਨੇ ਮੇਰੇ ਕੋਲੋਂ ਮਹਾਨ ਸੇਵਾ ਲਈ ਹੈ ਤੇ ਮੈਨੂੰ ਲੱਗਦਾ ਹੈ ਕਿ ਹੁਣ ਤੱਕ ਮੈਨੂੰ ਅਕਾਲ ਪੁਰਖ ਨੇ ਇਸੇ ਕਰਕੇ ਜੀਵਤ ਰੱਖਿਆ ਕਿ ਮੈਂ ਤੁਹਾਡੇ ਵਰਗੇ ਤਿਆਗੀ, ਤੁਹਾਡੇ ਵਰਗੇ ਜਪੀ ਤੇ ਤਪੀ ਤੇ ਮਹਾਨ ਬੰਦਗੀ ਦੇ ਖਜ਼ਾਨੇ ਮਹਾਂਪੁਰਖ ਦੇ ਦਿਦਾਰੇ ਕਰਨੇ ਸੀ। ਤੇ ਇਉਂ ਬਾਬਾ ਬੁੱਢਾ ਸਾਹਿਬ ਜੀ ਨੇ ਬੜੀਆਂ ਅਸੀਸਾਂ ਦਿੱਤੀਆਂ ਨੇ। ਸਮਾਂ ਲੰਘਦਾ ਗਿਆ। ਬਚਪਨ ਦੇ ਵਿੱਚ 4 ਸਾਲ ਦੀ ਉਮਰ ਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਤਿੰਨਾਂ ਦੇ ਵੱਡੇ ਭਰਾਤਾ ਜੀ ਬਾਬਾ ਗੁਰਦਿੱਤਾ ਜੀ, ਤਿੰਨਾਂ ਦਾ ਵਿਆਹ ਕਾਰਜ ਸੀ। ਬਰਾਤ ਚੱਲਦੀ ਜਾ ਰਹੀ ਹੈ। ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਬਹੁਤ ਹੀ ਸੁੰਦਰ ਪੁਸ਼ਾਕਾਂ ਪਹਿਨਾਇਆ ਹੈ ਤੇ ਬਹੁਤ ਹੀ ਕੀਮਤੀ ਸੀ। ਬਰਾਤ ਚੱਲਦੀ ਜਾ ਰਹੀ ਹੈ ਤੇ ਗੁਰੂ ਤੇਗ ਬਹਾਦਰ ਜੀ ਬਚਪਨ ਤੋਂ ਹੀ ਬੜੇ ਬੈਰਾਗੀ ਤੇ ਬਹੁਤ ਹੀ ਤਿਆਗੀ ਸੁਭਾਅ ਦੇ ਮਾਲਕ ਸਨ ਤੇ ਜ਼ਿਆਦਾਤਰ ਚੁੱਪ ਹੀ ਰਹਿੰਦੇ ਸਨ। ਚੱਲਦੇ ਜਾ ਰਹੇ ਨੇ ਤੇ ਕੀ ਵੇਖਿਆ ਕਿ ਬਰਾਤ ਦੇ ਇੱਕ ਪਾਸੇ ਕੁਝ ਬੱਚੇ ਖਲੋਤੇ ਨੇ ਜੋ ਗਰੀਬ ਹਨ। ਕਰਮਾਂ ਦੀ, ਕਿਸਮਤ ਦੀ ਖੇਡ ਹੀ ਇਹੋ ਜਿਹੀ ਪਰਮਾਤਮਾ ਦੀ ਬਣਾਈ ਹੋਈ ਹੈ, ਕੋਈ ਗਰੀਬ ਹੈ ਤੇ ਕੋਈ ਅਮੀਰ ਹੈ। ਗਰੀਬ ਬੱਚੇ ਖਲੋਤੇ ਹੋਏ ਨੇ ਤੇ ਵਿੱਚੋਂ ਇੱਕ ਬੱਚਾ ਹੈ ਜਿਹਦੇ ਤਨ ਦੇ ਉੱਤੇ ਕੱਪੜੇ ਨਹੀਂ, ਉਹ ਠੰਡ ਦੇ ਨਾਲ ਕੰਬ ਰਿਹਾ, ਦੰਦ ਨਾਲ ਦੰਦ ਵੱਜ ਰਹੇ ਨੇ। ਗੁਰੂ ਤੇਗ ਬਹਾਦਰ ਜੀ 4 ਸਾਲ ਦੀ ਉਮਰ ਦੇ ਵਿੱਚ ਬਰਾਤ ਨੂੰ ਛੱਡ ਕੇ ਕੋਲ ਚਲੇ ਗਏ। ਆਮ ਦੁਨਿਆਵੀ ਬੱਚਿਆਂ ਦੀ ਕੋਈ ਇਹ ਅਵਸਥਾ ਨਹੀਂ। ਆਮ ਬੱਚੇ ਨੂੰ ਤੇ ਆਪਣੇ ਆਪ ਦਾ ਹੀ ਚਾਅ ਹੁੰਦਾ ਹੈ ਕਿ ਮੈਂ ਸੁੰਦਰ ਕੱਪੜੇ ਪਾਏ ਨੇ ਤੇ ਕਿਸੇ ਨੇ ਪਾਇਆ ਜਾਂ ਨਹੀਂ ਪਾਇਆ, ਮੈਨੂੰ ਕੀ ਫਰਕ ਪੈਂਦਾ ਹੈ। ਪਰ ਇਹ ਬਾਲ ਉਮਰ ਦੇ ਵਿੱਚ ਮਹਾਨ ਰੂਹਾਂ ਦੇ ਮਹਾਨ ਕਾਰਜ ਨੇ। ਗੁਰੂ ਤੇਗ ਬਹਾਦਰ ਜੀ ਬਾਲ ਉਮਰ ਦੇ ਵਿੱਚ ਪਾਸ ਗਏ। ਕਹਿਣ ਲੱਗੇ,
उस बच्चे की भी उम्र 4 साल है। इतिहास अंदर जिक्र है बच्चे की भी उम्र 4 साल है। तो बाल उम्र दे विच गुरु साहब जी कहन लगे कि हे बालक, तेरी माता ने तेनू वस्त्र नहीं पहनाए, तेनू ठंड नहीं लगती कि तेरी माता के कोल गर्म वस्त्र नहीं, तेनू ठंड लग जाएगी तो बीमार पै सकता है, तेरी मौत भी हो सकती है। तो कहन लगा किहड़ी माँ है जो चाहती है कि मेरे बच्चे नू सही पोशाक ना मिले, किहड़ी माँ है जो चाहती है मेरे बच्चे नू खुराक ना मिले, किहड़ी माँ है जो चाहती मेरा बच्चा ठंड दे नाल बीमार हो जाए। पर की करिए, घर दे विच गरीबी ही इन्नी है कि खाण वास्ते मुश्किल दे नाल मिलदा है तो शरीर ते पहनण वास्ते गर्म कपड़े कित्थों प्राप्त होने ने। सतगुरु जी इन्ने प्यार दे विच आए, त्याग की मूरत गुरु तेग बहादुर साहब सच्चे पातशाह उस वेले अपने वस्त्र उतारे तो उस बच्चे नू फड़ा दिते कि लै तू ये वस्त्र पहन लै, तेरी ठंड तो तेरा बचाव हो जाएगा। मेरा की है, मेरी माता मैनू होर सला के दे देगी। जदों वापस आए माता नानकी जी पुछते हैं कि इन्नी सुंदर ते कीमती पोशाक तुसी कित्थे उतार के सुट आए हो। पहला तो खामोश ही रहे, दूजी बार माता जी ने ताड़ना करके पूछा कि इन्नी कीमती पोशाक तुहानू पहनाई सी, कित्थे सुट आए हो। तो फिर कहन लगे माता जी, गरीब बच्चा ठंड दे नाल कम रहा सी, मेरे कोल ओदा नगेज वेखिया नहीं गया। तो माता जी अपना पोशाका उतार करके मैं उस बच्चे का नगेज टकिया है, ठंड का दुख दूर किया है। ये तो असी छोटी जही गल, पर सतगुरु सच्चे पातशाह जी की यह गल नहीं कि उन्होंने किसी को वस्त्र दे दिते, किसी का नगेज ढक दिता। आने वाले समय दे विच यही वरतारा वरतना सी कि जिस वेले हिंदुस्तान की धरती ते तिलक जंजू ने खतरे दे विच पैना सी, जिस वेले इस धरती उत्ते रहन वालियां धीआं भैणां दी इज्जत लुट्टी जानी सी, पत नूं नगेज कीता जाना सी, उस वेले भी श्री गुरु तेग बहादुर साहब जी दे कोलों ये हिंदुस्तान की धरती का नगेज वेखिया नहीं सी जाना, जुल्म की हनेरी झुलदी हुई वेखी नहीं सी जानी। ते सतगुरु सच्चे पातशाह जी ने उस वेले अपने तन नूं एक तो वह समा सी कि छोटे बच्चे नूं अपना पोशाका उतार के उदा नगेज ढक दिता, पर एक समा वो भी आने वाला सी कि जिस वेले सतगुरु सच्चे पातशाह जी ने अपने ही शरीर की चादर बना करके ते उस हिंदुस्तान के नगेज नूं ढक देना सी। ते जो जुलमी सरकारां दे वल्लों जुलम की अत मचाई हुई सी उस अग नूं एकदम शांत कर देना सी। ऐसे प्रकार दे नाल बेअंत कौतक सतगुरु जी ने बाल उम्र दे विच वरताए, पर रहिंदे वराग दे विच ही हन, रहिंदे एकदम शांत एकदम गंभीर हो करके किसे नाल बहुता बोलते नहीं ते खिड़ खड़ा के हसदे भी नहीं। सतगुरु सच्चे पातशाह जी की जिन्नी बाणी धन धन साहब श्री गुरु ग्रंथ साहब महाराज जी की बाणी अंदर दर्ज है, पढ़ना करिए विचारन तो पता लगता है कि सतगुरु सच्चे पातशाह कितना वराग की मूर्त हैं। दिन रात उन्होंने हिरदे तो परमात्मा लई प्रेम वहदा है, दिन रात उन्होंने हिरदे के अंदर यही भावना है, मनुख नूं समझाउंदे ने, गुरसिख नूं समझाउंदे ने, गुरसिखा ये संसार फना हो जाने वाला है, ये संसार खत्म हो जाने वाला है, तू इथों एक दिन संसार तो चले जाना है, तेरा इत्थे कोई भी नहीं, जो तेनों परिवार मिलिया बाल बच्चे मिले ने ये भी तेरे नहीं, एक परमात्मा का नाम सत है, उन्होंने जप मौत आने वाली है। बार बार सतगुरु जी ने यही उपदेश अपनी बाणी दे अंदर किया है। नौवें पातशाह जियां दे सलोक भोग वेले बाणी पढ़ी जाती है, असीं सारे सरवण करते हाँ, ਉਹਦੇ अंदर भी सतगुरु सच्चे पातशाह जी ने बहुत ही वरागमई उपदेश अपने पंथ ताई गुरसिखां ताई बख्शिश किया है। किते ना किते इंसान नूं गुरबाणी विचार के पढ़ के ते समझ लग जाए कि मेरे जीवन का मनोरथ की है, मैं करना की है ते मैं कर की रहा हाँ, साडी आत्मा जाग जाए, तां करके सतगुरु जी बार बार सानू ठोकर मारते हैं। पर इंसानी मत ऐसी है, ज्ञानता का पर्दा ऐसा है कि समझ कुछ नहीं लगती।
पर सतगुरु सच्चे पातशाह दिन रात सानू आवाज़ां देंदे ने, दिन रात उपदेश करते हैं कि मनुख समझ जा, हले भी तेरे को समा है, तो समा अपनी चाल चलता जा रहा है, हुण भी समझ ते हुण भी समझ। इउं सतगुरु सच्चे पातशाह बाल उम्र दे विच अनेकां ही इस तरह के कौतक कीते। अपना काफ़ी समा बाल उम्र का सतगुरु सच्चे पातशाह जी ने श्री अमृतसर साहिब रह करके गुजारिया। फिर सतगुरां दे नाल छेवें पातशाह जी दे नाल, अपने पिता जी दे नाल, माता नानकी जी दे नाल करतारपुर साहिब की पावन धरती ते आ गए। इत्थे आ करके गुरु हरगोबिंद साहिब जी ने चौथी जंग जुल्म के खिलाफ लड़ी है। उस जंग दे विच गुरु तेग बहादुर जी ने अपनी तेग दे, अपनी तलवार दे, श्री साहिब दे ऐसे जौहर करके विखाए, कौतक करके, करतब करके विखाए कि तिन्हां ते सतगुरु जी दियां अपार खुशियां होईयां। ते इस प्रकार दे नाल श्री करतारपुर साहिब रहिंदियां होईयां इत्थे ही सतगुरां दा विआह भाई लाल चंद दी सपुत्री साडे माता जी माता गुजर कौर जी दे नाल होया, माता गुजरी जी दे नाल होया। तो उस तो बाद सतगुरु सच्चे पातशाह करतारपुर साहिब तो कीरतपुर दे विच आ गए। तो इत्थे गुरु हरगोबिंद साहिब जी ने समय के अनुसार अकाल पुरख के हुक्म के अनुसार अकाल चलाना करना सी, ते माता नानकी जी नूं हुक्म किया गया। सतगुरु सच्चे पातशाह जी ने गुरता गद्दी गुरु तेग बहादुर जी नूं नहीं बख्शी, सगों अपने बेटे, अपने सपुत्र बाबा गुरदित्ता जी के पुत्र गुरु हर राय साहिब जी नूं, साहिबजादा हर राय साहिब जी नूं गुरदा गद्दी दे करके बख्शिशां वरताइयां जिवें अकाल पुरख दा हुक्म सी। माता नानकी जी ने बेनती की कि सच्चे पातशाह मेरा पुत्र तो पहला ही बहुत शांत है, ना तो किसी मसंद नाल बोलता है, ना किसी संगत विच विचरदा है, ना किसी नाल लैण देण दा कोई व्यवहार करता है, कृपा करके दसो कि इहदा की बनेगा। आप जी ने गुरता गद्दी जिसनों योग समझिया आप जी ने बख्शिश की है, तो जिवें गुरु नानक पातशाह जी की मौज है उवें ही होना है, पर आप जी कृपा करके दसो कि मेरे पुत्र का की बनेगा। साहिब जी कहन लगे नानकी जी तुसीं साडे हुक्म के अनुसार बकाले चले जाना है, क्योंकि बकाला बाबा बकाला नाम बाद विच पैंदा है गुरु तेग बहादुर जी के नाम के उत्ते। पहला इस नगर का नाम बकाला ही सी। आप जी ने बकाले चले जाना है, तेग बहादुर जी नूं भी नाल लेके जाना है, गुजरी जी भी नाल जाणगे। उत्थे रह करके लंबा समा अकाल पुरख की बंदगी दे विच इन्हां ने लीन रहना है, ते बंदगी दे विच उठण तो बाद जो महान कारज होवेगा तुहाडे सारियां दे अखां दे सामने होवेगा। अकाल पुरख दे हुक्म दे अंदर गुरु हरगोबिंद साहिब जी की आग्ञा नूं पा करके माता नानकी जी ते गुरु तेग बहादुर जी नूं नाल लै करके बकाले की पावन धरती के उत्ते पहुँचे। गुरु हरगोबिंद साहिब सच्चे पातशाह इत्थों का एक गुरसिख सी बकाले का भाई मेहरा, जिसनों बचन किया होया सी कि जिस वेले माता गंगा जी ने अकाल चलाना किया सी उस वेले भाई मेहरा कोल सी, बड़ा अनिन सेवक सी गुरु घर का। इन्हें बेनती की सच्चे पातशाह मेरा चित्त करदा है कि आप जी कुछ दिन इस पावन धरती ते ठहरो। साहब जी कह लगे हुण साडे को समा नहीं, पर समा आवेगा, असीं अपने नौवें रूप दे विच इत्थे लम्मा समा बैठ करके बंदगी करांगे, तुहाडा ही घर होवेगा ते लंबा समा इत्थे बंदगी दे नाल इस धरती दे कण कण नूं पवित्र कर देवांगे। ते ओह बचन साकार होया। गुरु तेग बहादुर जी दे रूप दे विच इत्थे उत्थे लंबा समा रह करके अकाल पुरख की बंदगी दे विच परमात्मा दे विच एक मिकता ये सारियां दातां वरताइयां। ते सतगुरु सच्चे पातशाह जी जिथे बंदगी दे विच जुड़े हुए ने बकाले की पावन धरती ते इधर गुरु हर राय साहिब जी तो बाद गुरु हरकृष्ण साहिब जी नूं 8वें रूप दे विच गुरता गद्दी की बख्शिश हुई। ते गुरु हरकृष्ण साहिब सच्चे पातशाह बाल उम्र दे विच ही दिल्ली दे विच जा करके चेचक नाम की जो बीमारी फैलती है उन्हां सारियां तमाम लोगों का दुख अपने शरीर के उत्ते लै करके सृष्टि का कष्ट दूर करदे होया सच्चे पातशाह ज्योति जोत समाउंदे ने। ज्योति जोत समाउण तो पहला सिख बेनती करते हैं सच्चे पातशाह जी आप जी तो बाद
ਗੁਰੂ ਨਾਨਕ ਦੀ ਜੋਤ ਕਿੱਥੇ ਹੋਵੇਗੀ, ਅਸੀਂ ਕਿਵੇਂ ਦਿਦਾਰੇ ਕਰਿਆ ਕਰਾਂਗੇ। ਗੁਰੂ ਨਾਨਕ ਪਾਤਸ਼ਾਹ ਜੀ ਦੇ ਕਿਰਪਾ ਕਰਕੇ ਦੱਸ ਕੇ ਜਾਓ। ਸਤਿਗੁਰੂ ਜੀ ਨੇ ਹੋਰ ਕੋਈ ਬਚਨ ਨਹੀਂ ਕੀਤਾ, ਕਿਉਂਕਿ 8 ਪਾਤਸ਼ਾਹੀਆਂ ਤੱਕ ਗੁਰਤਾ ਗੱਦੀ ਦਾ ਤਿਲਕ ਸਤਿਗੁਰੂ ਜੀ ਆਪਣੇ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਅਗਲੇ ਗੁਰੂ ਨੂੰ ਲਗਾ ਜਾਂਦੇ ਸੀ। ਸੰਗਤ ਨੂੰ ਹੁਕਮ ਕਰ ਦਿੱਤਾ ਜਾਂਦਾ ਸੀ ਕਿ ਸਾਡੇ ਤੋਂ ਬਾਅਦ ਇਹ ਹੁਣ ਗੁਰੂ ਹੋਵਣਗੇ, ਇਹਨਾਂ ਨੂੰ ਗੁਰੂ ਰੂਪ ਕਰਕੇ ਪੂਜਣਾ ਹੈ ਤੇ ਸਾਡੀ ਜੋਤ ਹੁਣ ਇਹਨਾਂ ਦੇ ਅੰਦਰ ਹੈ। ਸੰਗਤ ਨੂੰ ਗਿਆਨ ਹੋ ਜਾਂਦਾ ਸੀ, ਪਰ ਇੱਥੇ ਖੇਡ ਕੁਝ ਹੋਰ ਵਰਤਣ ਵਾਲੀ ਸੀ। ਸਤਿਗੁਰਾਂ ਨੇ ਇੰਨਾ ਹੀ ਬਚਨ ਕੀਤਾ ਕਿ ਬਾਬਾ ਬਸੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਗਨ ਸੰਭਾਲੇ, ਕਿ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ 9ਵੀਂ ਜੋਤ ਦੇ ਰੂਪ ਵਿੱਚ ਪ੍ਰਗਟ ਹੋਣਾ ਹੈ। 9ਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਬਾਬਾ ਬਕਾਲਾ ਦੀ ਪਾਵਨ ਧਰਤੀ 'ਤੇ ਨੇ, ਉਹ ਗੁਰੂ ਰੂਪ ਦੇ ਵਿੱਚ ਆ ਕਰਕੇ ਸਾਰੀ ਸੰਗਤ ਨੂੰ ਸੰਭਾਲਣਗੇ, ਸਾਰੀ ਸੰਗਤ ਦੀ ਸੇਵਾ ਕਰਨਗੇ ਤੇ ਤੁਹਾਡਾ ਪਾਰ ਉਤਾਰਾ ਕਰਨਗੇ। ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੱਸ ਦਿਓ ਕਿਹੜੇ ਬਾਬਾ ਜੀ। ਪਾਤਸ਼ਾਹ ਜੀ ਕਹਿਣ ਲੱਗੇ, ਸਿੱਖ ਸੰਗਤ ਖੁਦ ਹੀ ਲੱਭ ਲਵੇਗੀ। ਇਤਨਾ ਬਚਨ ਸੁਣਨ ਦੀ ਦੇਰ ਸੀ ਕਿ ਪੰਜਾਬ ਦੇ ਵਿੱਚ ਬਕਾਲੇ ਦੀ ਧਰਤੀ ਦੇ ਉੱਤੇ 22 ਮੰਜੀਆਂ ਡਹਿ ਗਈਆਂ। ਧੀਰ ਮੱਲੀਆਂ ਨੂੰ ਪਤਾ ਚੱਲਿਆ, ਸੋਢੀ ਵੰਸ਼ ਦੇ ਵਿੱਚ ਰਹਿਣ ਵਾਲਿਆਂ ਨੂੰ ਪਤਾ ਲੱਗਿਆ ਵੀ ਕਿਹੜਾ ਕੋਈ ਐਲਾਨ ਹੋਇਆ ਹੈ, ਕਿਹੜਾ ਕੋਈ ਸੰਗਤ ਦੇ ਵਿੱਚ ਕਿਸੇ ਪ੍ਰਕਾਰ ਦੀ ਕਿਰਿਆ ਵਾਪਰੀ ਹੈ ਕਿ ਸਤਿਗੁਰੂ ਜੀ ਨੇ ਆਪਣੇ ਹੱਥੀਂ ਕਿਸੇ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਹੋਵੇ। ਹੋਰ ਗੁਰੂ ਸਾਹਿਬਾਨਾਂ ਵਾਂਗ ਇੱਥੇ ਤੇ ਸਾਰਾ ਕੁਝ ਹੀ ਗੁਪਤ ਹੈ। ਤੇ ਉਹਨਾਂ ਨੇ ਮਿਲ ਕਰਕੇ ਵਿਉਂਤ ਬਣਾ ਲਈ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਿਮਰਨ ਦੇ ਵਿੱਚ ਲੀਨ ਰਹਿੰਦੇ ਨੇ, ਪਰ ਆਮ ਦੁਨੀਆਦਾਰ ਉਹਨਾਂ ਨੂੰ ਤੇਗਾ ਕਮਲਾ ਕਰਕੇ ਬੁਲਾਉਂਦੀ ਹੈ। ਵੇਖੋ, ਨਾਮ ਜਪਣ ਵਾਲੇ ਨੂੰ, ਬਾਣੀ ਪੜ੍ਹਨ ਵਾਲੇ ਨੂੰ, ਜਿੱਥੇ ਆਮ ਲੋਕ ਜਿਹੜੇ ਹਨ ਦੁਨਿਆਵੀ ਮਾਇਆ ਵਿੱਚ ਖੁੱਪੇ ਹੋਏ, ਦੁਨਿਆਵੀ ਮਾਇਆ ਦੇ ਚਿੱਕੜ ਵਿੱਚ ਵਿਸ਼ੇ ਵਕਾਰਾਂ ਦਲਦਲ ਦੇ ਵਿੱਚ ਧੱਸੇ ਹੋਏ ਲੋਕ, ਜਿੱਥੇ ਬਾਣੀ ਪੜ੍ਹਨ ਵਾਲੇ ਨੂੰ ਗੱਲਾਂ ਕਰਦੇ ਨੇ ਕਿ ਇਹਨੂੰ ਕੀ ਪਤਾ ਬੜਾ ਵੱਡਾ ਬਾਬਾ ਬਣਿਆ ਫਿਰਦਾ ਏ। ਤੇ ਕਈ ਵਾਰ ਬੰਦਾ ਕੱਚਾ ਹੋਵੇ ਤੇ ਡਾਵਾਂ ਡੋਲ ਵੀ ਹੋ ਜਾਂਦਾ ਏ। ਪਰ ਵੇਖੋ, ਇਹੋ ਜਿਹਿਆਂ ਲੋਕਾਂ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਹੀਂ ਬਖਸ਼ਿਆ, ਉਹਨਾਂ ਨੂੰ ਵੀ ਭੂਤਨਾ ਤੇ ਬੇਤਾਲ ਕਹਿ ਦਿੱਤਾ। ਕਿਸੇ ਨੇ ਕੁਝ ਕਿਹਾ ਤੇ ਕਿਸੇ ਨੇ ਕੁਝ। ਇੱਧਰ 9ਵੇਂ ਜਾਮੇ ਦੇ ਵਿੱਚ ਬੰਦਗੀ ਦੇ ਵਿੱਚ ਲੀਨ ਬੈਠੇ ਨੇ ਕਿ ਮਹਾਨ ਕਾਰਜ ਨੂੰ ਅੰਜਾਮ ਦੇਣਾ ਹੈ, ਮਹਾਨ ਕਾਰਜ ਨੂੰ ਸਿੱਧ ਕਰਨਾ ਹੈ ਤੇ ਐਸੀ ਲਾਸਾਨੀ ਕੁਰਬਾਨੀ ਕਰਕੇ ਜਾਣੀ ਹੈ ਕਿ ਰਿੰਦੀ ਦੁਨੀਆ ਤੱਕ ਮਿਸਾਲ ਪੈਦਾ ਹੋ ਜਾਣੀ ਹੈ। ਪਰ ਲੋਕਾਂ ਨੂੰ ਆਉਣ ਵਾਲੇ ਸਮੇਂ ਦਾ ਪਤਾ ਨਹੀਂ। ਅੱਜ ਤੱਕ ਦੀ ਖੇਡ ਦਾ ਪਤਾ ਹੈ ਤੇ ਆਪਣੀ ਕੋਝੀ ਮਤ ਦੇ ਨਾਲ, ਛੋਟੀ ਮਤ ਦੇ ਨਾਲ ਗੁਰੂ ਦੇ ਉੱਤੇ ਟੀਕਾ ਟਿੱਪਣੀਆਂ ਕਰਦੇ ਨੇ ਕਿ ਤੇਗਾ ਕਮਲਾ। ਤੇ ਇਹ ਜਿਹੜੇ ਲੋਕ ਹਨ ਧੀਰ ਮੱਲੀਆਂ ਵਰਗੇ, ਸੋਢੀ ਵੰਸ਼ ਦੇ ਵਿੱਚੋਂ ਹੋਰ ਆਪਣੇ ਆਪ ਨੂੰ ਕਹਿਣ ਕਹਾਉਣ ਵਾਲੇ, ਤਿੰਨਾਂ ਨੇ 22 ਮੰਜੀਆਂ ਡਾਹ ਲਈਆਂ ਤੇ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ। ਜਿਸ ਵੇਲੇ ਸੰਗਤ ਨੇ ਸੁਣਿਆ ਹੈ ਕਿ ਗੁਰੂ ਨਾਨਕ ਦੀ 9ਵੀਂ ਜੋਤ ਬਾਬਾ ਬਕਾਲੇ ਦੀ ਪਾਵਨ ਧਰਤੀ 'ਤੇ ਹੈ ਤੇ ਸਾਰੀਆਂ ਸੰਗਤਾਂ ਆਈਆਂ ਨੇ ਦਰਸ਼ਨਾਂ ਵਾਸਤੇ, ਦਿਦਾਰਿਆਂ ਵਾਸਤੇ। ਪਰ ਕੀ ਵੇਖਿਆ ਹੈ ਕਿ ਅੱਗੇ ਤੇ ਕੁਝ ਹੋਰ ਹੀ ਖੇਡ ਵਰਤੀ ਹੋਈ ਹੈ। ਕਿਹੜਾ ਸੱਚਾ ਗੁਰੂ ਹੈ, ਕਿਵੇਂ ਪਤਾ ਲੱਗੇ, ਕਿਵੇਂ ਗਿਆਨ ਹੋਵੇ। ਕੋਈ ਆਪਣੇ ਵੱਲ ਨੂੰ ਖਿੱਚਦਾ ਹੈ ਕਿ ਸਾਡੇ ਵੱਲ ਆਓ, ਸਾਡਾ ਗੁਰੂ ਸੱਚਾ ਹੈ, ਇੱਧਰ ਮੱਥਾ ਟੇਕੋ, ਇਹ ਸਾਡੇ ਗੁਰੂ ਜੀ ਭਗਤੀ ਕਰਨੀ ਵਾਲੇ ਨੇ, ਗੁਰੂ ਨਾਨਕ ਦੀ ਜੋਤ ਤਾਂ ਇਹਨਾਂ ਦੇ ਵਿੱਚ ਹੈ। ਸੰਗਤ ਹੈਰਾਨ ਕਿ ਗੁਰੂ ਦਾ ਦਾਤਾ ਹੈ ਤੇ ਇਹ ਕੌਣ ਹਨ? ਇਹ ਤੇ ਮੰਗਤੇ ਨੇ। ਦੋ ਕੌਡੀਆਂ ਦੇ ਪਿੱਛੇ ਸੰਗਤ ਦੀ ਆਪੋ ਧਾਪੀ ਕਰਦੇ ਫਿਰਦੇ ਨੇ, ਖਿੱਚਾ ਧੂਹੀ ਕਰਦੇ ਫਿਰਦੇ ਨੇ। ਇਹ ਸਮਰੱਥ ਗੁਰੂ ਨਹੀਂ ਹੋ ਸਕਦੇ। ਪਰ ਸੰਗਤ ਦੇ ਵਿੱਚ ਉਲਝਣ ਬਹੁਤ ਬਣ ਗਈ। ਪਰ ਫਿਰ ਆਖਰ ਪਰਖ ਕਰਨ ਵਾਲਾ ਭਾਈ ਮੱਖਣ ਸ਼ਾਲ ਬਾਣਾ, ਉਹਦਾ ਵੀ ਸਮਾਂ ਆ ਹੀ ਗਿਆ। ਗੁਰੂ ਨਾਨਕ ਦੇ ਘਰ ਦਾ ਅਨਿੰਨ ਸੇਵਕ ਸੀ। ਸੂਰਤ ਦੀ ਬੰਦਰਗਾਹ ਦੇ ਉੱਤੇ ਉਹਦਾ ਜਹਾਜ਼ ਫਸਿਆ ਤੇ ਜਹਾਜ਼ ਫਸ ਗਿਆ, ਦਲ ਦੇ ਵਿੱਚ ਧੱਸ ਗਿਆ ਹੈ। ਇੱਕ ਤੂਫਾਨ ਦੇ ਵਿੱਚ ਘੇਰਾ ਪੈ ਗਿਆ ਹੈ ਤੇ ਹੁਣ ਕਿਸੇ ਪ੍ਰਕਾਰ ਦਾ ਬਚਾਓ ਦਾ ਕੋਈ ਉਪਾਅ ਨਹੀਂ। ਬੜੇ ਮਨ ਦੇ ਨਾਲ ਅਨੇਕ ਪ੍ਰਕਾਰ ਦੇ ਯਤਨ ਕੀਤੇ, ਕੋਸ਼ਿਸ਼ਾਂ ਕੀਤੀਆਂ ਨੇ ਕਿ ਸਾਡਾ ਬਚਾਓ ਹੋ ਜਾਵੇ, ਪਰ ਕਿਸੇ ਪ੍ਰਕਾਰ ਨਾਲ ਬਚਾ ਨਹੀਂ ਹੋ ਸਕਿਆ। ਤੇ ਹੋਰ ਆਖਰ ਮਨ ਨੇ ਇੱਕ ਤਰ੍ਹਾਂ ਦੇ ਨਾਲ ਢੇਰੀ ਢਾਹ ਦਿੱਤੀ ਗੁਰੂ ਦੇ ਚਰਨਾਂ ਦੇ ਵਿੱਚ। ਹੁਣ ਜਾਣਦੇ ਨਹੀਂ ਸਨ ਕਿ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਵਾਰਿਸ ਕੌਣ ਹਨ, ਪਰ ਮਨ ਤੋਂ ਹੀ ਤਰਸ ਖਾ ਕੇ
मन दे विचों प्रेम की उमंग लै करके सतगुरु सच्चे पातशाह हे गुरु नानक पातशाह जी तुहाडे तो अलावा मेरा रखियक होण ये दुनिया दे उत्ते कोई भी नहीं। असी अपने उपाय ला ले ने, मेरे बंदियां ने बड़ा जोर ला लिया है कि जहाज किसी प्रकार ना वात दे विच तूफान दे विच चला ना जावे, डूंगे पानी दे विच जा करके असी डुब ना जाइए, किते साडा इत्थे ही जीवन लीला खत्म ना हो जावे। बड़े असी उपाय बड़ियां कोशिशां कर लियां सतगुरु जी, हुण ते केवल तुहाडा ही आसरा है। इउं बेनतियां करदे पए हन भाई मक्खण शाह जी लोबाणा। याद करके अजे पता नहीं गुरु नानक दी गद्दी दे अजोके समय दे वारस कौन हन, पर एक तरस लै करके हिरदे तो प्रेम दी उमंग दे नाल अरदास जिहड़े साहब दे नाल कीती सिद्धी गुरु दे चरनां दे विच जाके पहुंची ते सतगुरु श्री गुरु तेग बहादुर साहब जी महाराज सच्चे पातशाह तिन्हां ने मोढा लगा करके उहदा बेड़ा जिहड़ा सी भाई मक्खण शाह लबाणे दा पार कर दिता। ते मक्खण शाह लबाणे ने मन च अरदास कीती सतगुरु जी आप जी ने कृपा कीती, रहमत कीती, तुहाडी कृपा दे नाल मेरा बेड़ा बनने लग्या है, पार लग्या है, ते मैं आप जी दे चरनां दे विच 500 मोहरां सोने दीयां भेटां करांगा। बहुत वड्डा व्यापारी सी ते इस प्रकार दे नाल मन च अरदास कीती है, शुकराने करदा है कि सतगुरु तो बिना अज मेरा कोई भी बचाव दा हिला नहीं सी, मेरी जीवन लीला अज इत्थे ही खत्म हो जानी सी, समुंदर दे विच ही मैं जबत हो जाना सी। हुण आया है संगत कोलों पता लग गया कि 8वें पातशाह गुरु हरकृष्ण साहब ज्योति जोत समा गए ने ते बचन करके गए ने कि अगले गुरु बाबे बकाले दी पावन धरती ते होवणगे। जिस वेले आया है ते की वेखिया 22 पहरेदार वाहिगुरु 22 दावेदार बने हुए ने कि मैं गुरु हाँ, मेरे अंदर गुरु नानक दी नौवीं जोत है, मेरे पास आओ ते मेरे कोल आओ ते मैं तुहाड़ियां मन दी मुरादां पूरियां करांगा। हुण मन दे विच उलझन बन गई, पर फिर भी मन दे विच एक विश्वास है कि सच्चा गुरु लभ ही जाएगा। जेकर 8वें पातशाह जी ने वचन किया है कि नौवीं जोत बाबे बकाले दी पावन धरती ते है ते फिर इत्थे ही मिलणगे, होर किते नहीं। विश्वास सीगा। मैं कहनी चलो वो गुरसिख ऐसे सीगे, समा ही ऐसा बन गया कि उन्होंने ज्ञान नहीं सी कि साडा अगला गुरु कौन है, ते 22 उत्थे दावेदार भी बन के बह गए। पर फिर भी उन्होंने गुरसिखां ने उन्हों का सिद्क वेखो, उन्होंने गुरु दे लई शरधा ते प्रेम वेखो कि फिर भी वो कच्चियां दे अगे ढए नहीं, कच्चियां दे अगे उन्होंने मत्थे नहीं टेके, ते जे टेके भी होणगे ते सच्चे दिलों नहीं, कि जिन्नी देर तक विश्वास नहीं हो गया कि साडा सच्चा गुरु कित्थे है। ते अज साडी हालत वेखो, सानू ते धन धन गुरु गोबिंद सिंह साहब जी महाराज सच्चे पातशाह कह के भी गए हुए ने कि सब सिखन को हुक्म है गुरु मानियो ग्रंथ, कि गुर सिखां नूं हुक्म है कि गुरु जड़ा है केवल ते केवल धन धन साहब श्री गुरु ग्रंथ साहब जी नूं ही मनना है, इन्हां तो इलावा किसी होर नूं नहीं। यही 10 पातशाहियां दी जागदी होई आत्मक जोत ने ते इन्हां नूं ही अपना गुरु रूप करके, शब्द नूं गुरु रूप करके मनना है। पर साडी हालत इन्नी तरसयोग हो गई, सारा कुछ ज्ञान प्राप्त करके भी वो वाली हालात बने हुए ने कि काहे की कुसलात हाथ दीप कुए पर है। बंदा हनेरी रात दे विच हाथ दे भी दीवा फड़ करके ते फिर भी अगे जा करके खूह दे विच टोए दे विच जाके डिग पवे ते किन्नी को समझदा औकात दा वो मालक है, ये आप अंदाज़ा ला लेना। इसे प्रकार दे नाल वो लोग जिहड़े साहिब श्री गुरु ग्रंथ साहिब महाराज जी नूं छड्ड करके इधर उधर भटकदे फिरदे ने, होर कच्चे गुरुआं दे कोलों सुख दुनियावी सुख दरगाही सुख भालदे फिरदे ने, ਜਿਹੜੇ ਹੋਰ ਇੱਧਰ ਉੱਧਰ ਭਟਕਦੇ ਫਿਰਦੇ ਨੇ, ਕੋਈ ਮਸੀਤਾਂ ਦੇ ਵਿੱਚ, ਕੋਈ ਮੜੀਆਂ ਦੇ ਉੱਤੇ, ਕੋਈ ਮਸਾਣਾਂ ਦੇ ਉੱਤੇ, ਕੋਈ ਕਿਸੇ ਨੇ ਹੋਰ ਬਾਬਾ ਫੜਿਆ ਹੋਇਆ ਹੈ। ਉਹਨਾਂ ਦੀ ਹਾਲਤ ਕੁਝ ਇਹੋ ਜਿਹੀ ਹੀ ਹੈ ਕਿ ਗਿਆਨ ਵੀ ਹੈ, ਗੁਰੂ ਨੇ ਹੁਕਮ ਵੀ ਕੀਤਾ ਹੋਇਆ ਏ, ਤੇ ਫਿਰ ਵੀ ਸਾਰਾ ਕੁਝ ਛੱਡ ਕੇ ਤੇ ਮਨ ਦੀ ਮੱਤ ਕਰਨ ਤੇ ਤੁਲੇ ਹੋਏ ਨੇ। कबीर मन जानै सब बात, जानत ही अवगन करै, काहे की कुसलात हाथ दीप कुए पर है।
किसी प्रकार की कोई सियाणप नहीं, ये कोई अकलमंदी वाला काम नहीं कि गुरु के हुक्म नूं छड्ड के ते मन मतां करदे फिरना। जिन्हां ने मन मतां कीतियां, जेड़े आप जेड़े गुरु झूठे दंभी ते पखंडी बने हुए ने, जिहो जिहा उन्हां दा जीवन ते ओहो जे उन्हां दे पैरोकारां दा जीवन बन जाता है। साहिब जी की बाणी का फरमान है, गुरु जिन्हां का अंधुला सिख भी अंधुले कर्म करें। जिन्हां दा गुरु ही अन्ना होवे, जिन्हां दे गुरु नूं कोई ज्ञान नहीं, जिन्हां दा गुरु विकारां विच फसिया होया है, जिन्हां दा गुरु विषयां वासनावां दे विच फसिया होया है, जिन्हां दा गुरु बॉलीवुड दे विच जा करके ते फिल्मां बनाउंदा फिरदा ते वेसवावां दे नाल नाच करदा फिरदा, डांसरां नचाउंदा फिरदा है। असीं किवें समझ लवांगे कि इहदे लड़ लग के साडा लोक ते परलोक सवरेगा? किवें असीं समझ लवांगे कि इहदे डेरे ते जा करके साडीआं धीआं भैणां वो सुरੱਖਿਅਤ हो जाणगीआं? किवें असीं समझ लवांगे कि इन्हां दे डेरियां ते जाके लोक ते परलोक सुहेला हो जाएगा? असीं वासनावां तो बच जावांगे। काम क्रोध लोभ मोह हंकार सानू ठग नहीं सकणगे। ਜਿਹੜੇ ਆਪ ਜਿਹੜੇ ਦਲਦਲ ਦੇ ਵਿੱਚ ਫਸੇ ਹੋਏ ਨੇ ਤੁਹਾਨੂੰ ਕਿੱਦਾਂ ਬਾਹਰ ਕੱਢ ਦੇਵਣਗੇ? ਪਰ ਅੱਜ ਅਸੀਂ ਕੁਝ ਸਮਝਦੇ ਨਹੀਂ, ਵਿਚਾਰਦੇ ਨਹੀਂ, ਇਤਿਹਾਸ ਪੜ੍ਹਦੇ ਨਹੀਂ, ਗੁਰੂ ਕੀ ਬਾਣੀ ਨੂੰ ਪੜ੍ਹਦੇ ਨਹੀਂ, ਵਿਚਾਰਦੇ ਨਹੀਂ, ਤੇ ਵੇਖਾ ਵੇਖੀ ਭੇਡ ਚਾਲ ਕੀ ਇੱਕ ਗਿਆ ਤੇ ਦੂਜਾ ਮਗਰੇ ਤੁਰ ਪਿਆ। ਸਤਿਗੁਰੂ ਜੀ ਨੇ ਭੇਡਾਂ ਨਹੀਂ ਸੀ ਬਣਾਇਆ ਸਾਨੂੰ, ਸ਼ੇਰ ਦੀ ਬਿਰਤੀ ਵਾਲੇ ਬਣਾਇਆ ਸੀ ਕਿ ਖੁਦ ਸੋਚ, खुद विचार कर, तेनू बाणी दिती हुई है। जानते होए कि सानू कोई ज्ञान नहीं बख्शिया गुरु ने। गुरु साहिब जी ने 10 जामियां दी खेड वरताई, एवें नहीं। हर जामे दे विच अलग अलग कौतक ने। पहले जामे च कुछ अलग ने, दूसरे जामे च कुछ अलग ने। इवें लड़ीवार 10 जामियां दे विच अलग अलग कौतक कीते ने ताकि साडे मनां दे अंदर दृढ़ता आ जावे। ਤੇ ਕੱਚਿਆਂ ਦੇ ਲੜ ਲਾ ਕੇ ਜਿਹੋ ਜਿਹਾ ਉਹਨਾਂ ਦਾ ਜੀਵਨ, ਜਿਵੇਂ ਉਹ ਵਿਛਾਈ ਨੇ ਤਿਵੇਂ ਅਸੀਂ ਬਣ ਜਾਾਂਗੇ, ਜਿਵੇਂ ਉਹ ਬੇਸਵਾਵਾਂ ਦੇ ਨਾਲ ਨਾਚ ਕਰਦੇ ਫਿਰਦੇ ਨੇ ਤਿਵੇਂ ਅਸੀਂ ਕਰਾਂਗੇ, ਤੇ ਹੋ ਵੀ ਰਿਹਾ ਸਾਰਾ ਕੁਝ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਤ ਬਖਸ਼ਣ, ਭਾਈ ਮੱਖਣ ਸ਼ਾਹ ਲੁਬਾਣੇ ਵਰਗੀ ਸਾਨੂੰ ਵੀ ਅੱਖ ਦੇਵਣ ਕਿ ਜਿਵੇਂ ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ 22 ਦਾਅਵੇਦਾਰਾਂ ਦੇ ਨੂੰ ਝੂਠਾ ਸਾਬਤ ਕਰਕੇ ਤੇ ਸੱਚੇ ਗੁਰੂ ਨੂੰ ਪ੍ਰਗਟ ਕਰਕੇ ਵਿਖਾ ਦਿੱਤਾ ਸੀ। ਇਹੋ ਜਿਹੀ ਅੱਖ ਅੱਜ ਬੇਨਤੀ ਕਰੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਸੱਚੇ ਪਾਤਸ਼ਾਹ ਸਾਨੂੰ ਵੀ ਕਿਰਪਾ ਕਰਕੇ ਤੇ ਉਹ ਵਾਲੀ ਅੱਖ ਬਖਸ਼ੋ। ਅਸੀਂ ਐਵੇਂ ਵੇਖਾ ਵੇਖੀ ਭੇਡ ਚਾਲ ਨਾ ਬਣਾਈਏ, ਜਿਵੇਂ ਕਿਸੇ ਨੇ ਕੀਤਾ ਉਵੇਂ ਕਰ ਲਿਆ। ਕੋਈ ਆਪਣੇ ਸਿਰ ਦੇ ਵਿੱਚ ਇੱਟ ਮਾਰ ਕੇ ਸਿਰ ਰੰਗੇਗਾ ਤੇ ਅਸੀਂ ਵੀ ਉੱਦਾਂ ਹੀ ਕਰਾਂਗੇ? ਨਹੀਂ, ਉਹ ਤੇ ਮੂਰਖ ਹੈ, ਉਹਨੇ ਆਪਣਾ ਸਿਰ ਰੰਗਿਆ, ਮੈਂ ਕਿਉਂ ਮੂਰਖਤਾਈ ਕਰਾਂ? ਇਵੇਂ ਦਾ ਗਿਆਨ ਆਪਣੇ ਹਿਰਦੇ ਵਿੱਚ ਗੁਰੂ ਦੇ ਲੈ ਕਰੋ, ਲੈ ਕਰਕੇ ਰੋਸ਼ਨੀ ਕਰੀਏ, ਜੀਵਨ ਨੂੰ ਰੋਸ਼ਨਾਈਏ। ਕਿਉਂ ਅਸੀਂ ਹਨੇਰੇ ਵਿੱਚ ਭਟਕ ਰਹੇ ਹਾਂ? ਭਾਈ ਮੱਖਣ ਸ਼ਾਹ ਲੁਬਾਣੇ ਨੇ 500 ਮੋਹਰ ਸੁਖੀ ਸੀ, ਪਰ ਹੁਣ 22 ਦਾਅਵੇਦਾਰ ਨੇ ਵਿਉਂਤ ਬਣਾ ਲਈ। ਸਾਰਿਆਂ ਦੇ ਅੱਗੇ 5-5 ਮੋਹਰਾਂ ਰੱਖ ਕੇ ਮੱਥਾ ਟੇਕ ਦਿੱਤਾ। ਉਹ ਇੰਨੇ ਵਿੱਚ ਹੀ ਖੁਸ਼ ਹੋ ਗਏ, ਸੋਨੇ ਦੀਆਂ 5 ਮੋਹਰਾਂ ਤੇ ਕਿਤੇ ਆਮ ਹੀ ਮਿਲ ਜਾਂਦੀਆਂ ਨੇ, ਇੰਨੇ ਵਿੱਚ ਹੀ ਖੁਸ਼ ਹੋ ਗਏ। ਪਰ ਮਨ ਨੂੰ ਸੰਤੁਸ਼ਟੀ ਨਹੀਂ ਹੋਈ ਕਿ ਮੈਂ ਤੇ 500 ਮੋਹਰ ਸੁਖੀ ਸੀ। ਜਿਹੜਾ ਸੱਚਾ ਗੁਰੂ ਹੋਵੇਗਾ ਉਹਨੂੰ ਅਰਦਾਸ ਦਾ ਪਤਾ ਹੋਵੇਗਾ, ਜਿੰਨੇ ਦੁੱਖ ਦੇ ਸੰਕਟ ਦੇ ਸਮੇਂ ਵਿੱਚ ਮੇਰਾ ਬੇੜਾ ਬੰਨੇ ਲਾਇਆ, ਉਹਨੂੰ ਇਹ ਵੀ ਪਤਾ ਹੋਵੇਗਾ ਕਿ ਇਸ ਗੁਰਸਿੱਖ ਨੇ ਮੋਹਰ ਕਿੰਨੀ ਸੁਖੀ ਸੀ, ਤੇ ਉਹ ਗੁਰੂ ਸਾਹਿਬ ਜੀ ਖੁਦ ਮੰਗ ਲੈਣਗੇ। ਭਾਈ ਮੱਖਣ ਸ਼ਾਹ ਲੁਬਾਣੇ ਨੇ ਪੁੱਛਿਆ ਕਿ ਇਹਨਾਂ 22 ਮੰਜੀਆਂ ਤੋਂ ਇਲਾਵਾ ਕੋਈ ਹੋਰ ਵੀ ਹੈ ਜਿਹੜਾ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਨਾਮ ਸਿਮਰਨ ਵਿੱਚ ਬੈਠਾ ਹੋਵੇ? ਇੱਕ ਬੱਚੇ ਨੇ ਦੱਸਿਆ, ਛੋਟੇ ਜਿਹੇ ਬੱਚੇ ਨੇ ਕਹਿਣ ਲੱਗਾ ਕਿ ਇਹਨਾਂ 22 ਤੋਂ ਇਲਾਵਾ ਇੱਕ ਹੋਰ ਵੀ ਸ਼ਖਸੀਅਤ ਹੈ, ਪਰ ਲੋਕੀ ਉਸ ਨੂੰ ਕਹਿੰਦੇ ਨੇ ਤੇਗਾ ਕਮਲਾ, ਕਿਉਂਕਿ ਕਿਸੇ ਨਾਲ ਬੋਲਦੇ ਨਹੀਂ, ਕਿਸੇ ਨਾਲ ਫਾਲਤੂ ਗੱਲ ਨਹੀਂ ਕਰਦੇ, ਨਾ ਅੰਦਰੋਂ ਬਾਹਰ ਨਿਕਲਦੇ ਨੇ, ਨਾ ਕਿਤੇ ਜਾਂਦੇ ਨੇ, ਸਿਰਫ ਤੇ ਸਿਰਫ ਅੰਦਰ ਹੀ ਬੈਠ ਕਰਕੇ ਸਿਮਰਨ ਕਰਦੇ ਰਹਿੰਦੇ ਨੇ। ਭਾਈ ਮੱਖਣ ਸ਼ਾਹ ਲੁਬਾਣਾ ਖੁਸ਼ ਹੋ ਗਿਆ, ਮਨ ਨੂੰ ਵਿਸ਼ਵਾਸ ਹੋ ਗਿਆ ਕਿ ਇਹੀ ਸੱਚਾ ਗੁਰੂ ਹੈ, ਜਿਹਦੇ ਅੰਦਰ ਸੱਚ ਹੁੰਦਾ ਹੈ, ਜਿਹਦੇ ਵਿੱਚ ਜੀਵਨ ਹੈ। ਉਹ ਕਦੇ ਬੋਲ ਬੋਲ ਕੇ ਨਹੀਂ ਦੱਸਦਾ, ਜਿਹੜਾ ਬੋਲ ਬੋਲ ਕੇ ਦੱਸ ਰਹੇ ਨੇ ਅਸਲ ਵਿੱਚ ਅੰਦਰੋਂ ਖਾਲੀ ਨੇ, ਜਿਹੜਾ ਭਰਿਆ ਹੋਇਆ ਅੰਦਰੋਂ ਉਹ ਸ਼ਾਂਤ ਹੋ ਕੇ ਬੈਠਾ ਹੋਇਆ ਹੈ। ਬਾਣੀ ਦਾ ਫਰਮਾਨ ਹੈ, ਕਬੀਰ
ਛੂਛਾ ਘੱਟ ਬੋਲੇ ਭਰਿਆ ਹੋਏ ਸੋ ਕਬਹੂ ਨਾ ਡੋਲੇ। ਜਿਹੜਾ ਖਾਲੀ ਘੜਾ ਹੁੰਦਾ ਉਹਨੂੰ ਖੜਕਾਈਏ ਤੇ ਆਵਾਜ਼ ਕਰਦਾ ਏ, ਜਿਹੜਾ ਪਾਣੀ ਦੇ ਨਾਲ ਲੱਸੀ ਦੇ ਨਾਲ ਚਾਟੀ ਭਰੀ ਹੋਈ ਉਹਨੂੰ ਖੜਕਾਓ ਤੇ ਆਵਾਜ਼ ਨਹੀਂ ਆਉਂਦੀ। ਇਵੇਂ ਹੀ ਜਿਹੜਾ ਅੰਦਰ ਦੇ ਰਸ ਵਿੱਚ ਮਗਨ ਹੋ ਗਿਆ ਉਹ ਕਦੇ ਦੁਨੀਆ ਦੇ ਵਿੱਚ ਆ ਕਰਕੇ ਲੋਕਾਂ ਦੇ ਵਿੱਚ ਆ ਕਰਕੇ ਬੋਲ ਬੋਲ ਕੇ ਨਹੀਂ ਦੱਸਦਾ ਕਿ ਮੈਨੂੰ ਰੱਬ ਮਿਲ ਗਿਆ, ਮੈਨੂੰ ਰੱਬ ਮਿਲ ਗਿਆ। ਜਿਨ੍ਹਾਂ ਨੂੰ ਮਿਲਿਆ ਕੋਈ ਨਹੀਂ ਉਹੀ ਰੌਲਾ ਪਾਉਂਦੇ ਫਿਰਦੇ ਨੇ ਤੇ ਪਛਾਣ ਵੀ ਛੇਤੀ ਹੋ ਜਾਂਦੀ ਹੈ ਕਿ ਬਾਣੀ ਨੇ ਸਾਰੀਆਂ ਵਿਉਂਤਾਂ ਖੁੱਲੀਆਂ ਹੋਈਆਂ ਨੇ। ਮੱਖਣ ਸ਼ਾਹ ਲੁਬਾਣਾ, ਮਨ ਵਿੱਚ ਵਿਸ਼ਵਾਸ ਤੇ ਖੁਸ਼ੀ ਬਹੁਤ ਆ ਗਈ। ਅੰਦਰ ਗਿਆ, ਜਾ ਕਰਕੇ ਸਾਹਿਬਾਂ ਦੇ ਚਰਨਾਂ ਤੇ ਨਮਸਕਾਰ ਕੀਤੀ। ਸਤਿਗੁਰਾਂ ਦੇ ਨੇਤਰ ਬੰਦ ਨੇ ਪਰ ਸਤਿਗੁਰੂ ਜੀ ਅੰਤਰਜਾਮੀ ਨੇ ਕਿ ਉਹੀ ਮੱਖਣ ਸ਼ਾਹ ਲੁਬਾਣਾ ਹੈ। ਸੰਕਟ ਦੇ ਵੇਲੇ ਜਿਹਦਾ ਅਸੀਂ ਬੇੜਾ ਬੰਨੇ ਲਾਇਆ ਸੀ ਤੇ ਇਹ ਹੁਣ ਆਇਆ ਏ। ਪਹਿਲਾਂ ਇਸਨੇ ਬਾਈਆਂ ਨੂੰ ਪਰਖਿਆ ਏ ਤੇ ਪਰਖ ਦੇ ਵਿੱਚੋਂ ਖਰੇ ਨਹੀਂ ਉਤਰੇ ਤੇ ਹੁਣ ਇਹ ਲੱਭ ਕਰਕੇ ਮੇਰੇ ਤੱਕ ਪਹੁੰਚ ਹੀ ਗਿਆ ਹੈ। ਤੇ ਜਿਵੇਂ ਇਤਿਹਾਸ ਦੇ ਵਿੱਚ ਨੇਤ ਬਣਨੀ ਸੀ, ਜਿਵੇਂ ਅਕਾਲ ਪੁਰਖ ਦਾ ਹੁਕਮ ਹੋਣਾ ਸੀ, ਭਾਈ ਮੱਖਣ ਸ਼ਾਹ ਲੁਬਾਣੇ ਦੇ ਰਾਹੀਂ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਰੂਪ ਦੇ ਵਿੱਚ ਪ੍ਰਗਟ ਹੋਣਾ ਸੀ। ਭਾਈ ਮੱਖਣ ਸ਼ਾਹ ਲੁਬਾਣਾ ਜਾਂਦੇ ਸਾਰ 500 ਮੋਹਰਾਂ ਨਹੀਂ ਰੱਖੀਆਂ, ਅਜੇ ਵੀ ਪਰਖਣਾ ਚਾਹਿਆ ਗੁਰੂ ਨੂੰ ਕਿ ਆਪਣੇ ਖੁਦ ਮੂੰਹ ਤੋਂ ਬੋਲਣਗੇ। ਮਨ ਦੇ ਵਿੱਚ ਇੱਛਾ ਸੀ ਕਿ ਮੂੰਹ ਤੋਂ ਬੋਲਣਗੇ, ਜੇ ਸੱਚੇ ਹੋਏ ਤੇ ਗੁਰੂ ਘਰ ਦੀ ਭੇਟਾ ਜ਼ਰੂਰ ਮੰਗਣਗੇ। 5 ਮੋਹਰਾਂ ਰੱਖ ਕੇ ਮੱਥਾ ਟੇਕ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ, ਗੁਰਸਿੱਖਾ ਇਹ ਕੀ? ਕਹਿਣ ਲੱਗਾ, ਪਾਤਸ਼ਾਹ ਗੁਰੂ ਘਰ ਦੀ ਭੇਟਾ ਹੈ। ਸਾਹਿਬ ਜੀ ਕਹਿਣ ਲੱਗੇ, ਨਾ ਮੱਖਣ ਸ਼ਾਹ ਲੁਬਾਣਾ, ਤੂੰ ਉਸ ਵੇਲੇ ਸੰਕਟ ਦੀ ਘੜੀ ਦੇ ਵਿੱਚ 500 ਮੋਹਰਾਂ ਸੁੱਖ ਕੇ ਤੇ ਇੱਥੇ 5 ਮੋਹਰਾਂ ਚੜਾਉਂਦਾ ਫਿਰਦਾ ਹੈ। ਆ ਦੇਖ ਤੇਰਾ ਬੇੜਾ ਬੰਨੇ ਲੰਮਦਿਆਂ ਹੋਇਆਂ ਸਾਡਾ ਮੋਢਾ ਛਿੱਲਿਆ ਹੋਇਆ ਹੈ। ਸਾਹਿਬਾਂ ਨੇ ਉਸ ਵੇਲੇ ਆਪਣੇ ਸਰੀਰ ਤੋਂ ਚਾਦਰ ਪਰਾਂ ਕਰਕੇ ਮੋਢਾ ਛਿੱਲਿਆ ਹੋਇਆ ਵਿਖਾਇਆ। ਭਾਈ ਮੱਖਣ ਸ਼ਾਹ ਲੁਬਾਣਾ ਨੇ ਸਤਿਗੁਰਾਂ ਦੇ ਚਰਨ ਕਵਲ ਘੁੱਟ ਕੇ ਫੜ ਲਏ ਤੇ ਰੋ ਰੋ ਕੇ ਸਤਿਗੁਰਾਂ ਦੇ ਚਰਨ ਹੀ ਧੋ ਦਿੱਤੇ। ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਬੜਾ ਤਰਸਿਆ ਹਾਂ ਤੁਹਾਡੇ ਦੀਦਾਰ ਕਰਨ ਵਾਸਤੇ। ਬੜਾ ਬਾਈ ਦਾਅਵੇਦਾਰਾਂ ਨੇ ਸੰਗਤ ਨੂੰ ਪਰੇਸ਼ਾਨ ਕੀਤਾ ਹੋਇਆ ਏ। ਸੰਗਤ ਬੜੀ ਉਲਝਣ ਦੇ ਵਿੱਚ। ਸੱਚੇ ਪਾਤਸ਼ਾਹ ਤੁਸੀਂ ਆਪਣੇ ਆਪ ਨੂੰ ਜ਼ਾਹਰ ਕਿਉਂ ਨਹੀਂ ਕਰ ਦਿੰਦੇ, ਪ੍ਰਗਟ ਕਿਉਂ ਨਹੀਂ ਕਰ ਦਿੰਦੇ? ਪਾਤਸ਼ਾਹ ਜੀ ਕਹਿਣ ਲੱਗੇ, ਮੱਖਣ ਸ਼ਾਹ ਚੁੱਪ ਹੋ ਜਾ, ਖਾਮੋਸ਼ ਹੋ ਜਾ। ਜੇ ਤੈਨੂੰ ਗਿਆਨ ਹੋ ਵੀ ਗਿਆ ਏ ਤਾਂ ਚੁੱਪ ਕਰ ਜਾ। ਗੁਰੂ ਨਾਨਕ ਦੀ ਬਾਣੀ ਪੜ੍ਹ ਤੇ ਆਪਣੇ ਜੀਵਨ ਨੂੰ ਸਫਲਾ ਕਰ, ਅਜੇ ਸਮਾਂ ਨਹੀਂ। ਮੱਖਣ ਸ਼ਾਹ ਲੁਬਾਣੇ ਨੂੰ ਪਤਾ ਸੀ ਕਿ ਸਤਿਗੁਰਾਂ ਦਾ ਹੁਕਮ ਹੈ ਕਿ ਜਿਹੜਾ ਸਾਨੂੰ ਗੁਰੂ ਰੂਪ ਦੇ ਵਿੱਚ ਪ੍ਰਗਟ ਕਰੇਗਾ ਗਿਆਨ ਹੋਣ ਤੋਂ ਬਾਅਦ ਉਹਦਾ ਮੂੰਹ ਕਾਲਖ ਦੇ ਨਾਲ ਕਾਲਾ ਕੀਤਾ ਜਾਵੇਗਾ। ਪਰ ਭਾਈ ਮੱਖਣ ਸ਼ਾਹ ਜੀ ਕਹਿਣ ਲੱਗੇ, ਸਤਿਗੁਰੂ ਜੀ ਜੇਕਰ ਇਹ ਪਰਉਪਕਾਰ ਦਾ ਕੰਮ ਕਰਦਿਆਂ ਹੋਇਆਂ, ਜੇ 22 ਝੂਠ ਦੀਆਂ ਦੁਕਾਨਾਂ ਬੰਦ ਕਰਦਿਆਂ ਹੋਇਆਂ, ਜੇਕਰ ਸੰਗਤ ਨੂੰ ਉਹਨਾਂ ਦਾ ਸੱਚਾ ਗੁਰੂ ਮਿਲਾਉਂਦਿਆਂ ਹੋਇਆਂ ਜੇ ਮੈਨੂੰ ਮੂੰਹ ਵੀ ਕਾਲਾ ਕਰਨਾ ਪਵੇਗਾ ਤਾਂ ਮੈਂ ਮੂੰਹ ਕਾਲਾ ਕਰਨ ਦੇ ਵਿੱਚ ਵੀ ਆਪਣਾ ਸਨਮਾਨ ਸਮਝਦਾ ਹਾਂ, ਆਪਣੀ ਇੱਜ਼ਤ ਸਮਝਦਾ ਹਾਂ। ਮੈਂ ਇਹੀ ਸਮਝਦਾ ਗੁਰੂ ਦੇ ਪਿੱਛੇ ਮੂੰਹ ਕਾਲਾ ਕੀਤਾ ਮੇਰਾ ਲੋਕ ਪਰਲੋਕ ਦੇ ਵਿੱਚ ਮੁਖ ਉਜਲਾ ਹੋਇਆ ਹੈ। ਉਸੇ ਵੇਲੇ ਕਾਲਖ ਫੜੀ ਤੇ ਮੂੰਹ ਤੇ ਮਲ ਲਈ ਤੇ ਕੋਠੇ ਦੇ ਉੱਤੇ ਜਾ ਕਰਕੇ ਤੇ ਰੋਲਾ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਕਿ ਗੁਰ ਲਾਧੋ ਰੇ, ਗੁਰ ਲਾਧੋ ਰੇ। ਹੇ ਸੱਚੀ ਸਿੱਖ ਸੰਗਤ ਜੀ, ਸਾਨੂੰ ਅੱਜ ਗੁਰੂ ਨਾਨਕ ਦਾ 9ਵੀਂ ਜੋਤ ਸੱਚਾ ਗੁਰੂ ਲੱਭ ਗਿਆ ਹੈ। ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਆ ਬਰਾਜੀ। 22 ਝੂਠੇ ਜਿਹੜੇ ਮੰਜੀਆਂ ਡਾਹ ਕੇ ਬੈਠੇ ਹੋਏ ਸੀ, ਝੂਠ ਦੀਆਂ ਦੁਕਾਨਾਂ ਖੋਲ ਕੇ ਬੈਠੇ ਹੋਏ ਸੀ, ਸਾਰਿਆਂ ਦਾ ਕੰਮਕਾਰ ਠੱਪ ਹੋ ਗਿਆ। ਹੁਣ ਈਰਖਾ ਦੀ ਅੱਗ ਵਿੱਚ ਸੜਦੇ ਫਿਰਦੇ ਨੇ ਪਰ ਕੋਈ ਕਿਸੇ ਪ੍ਰਕਾਰ ਦੇ ਨਾਲ ਵਸੀਲਾ ਉਹਨਾਂ ਦਾ ਚੱਲਦਾ ਨਹੀਂ। ਇਹੋ ਜਿਹੇ ਨਿੰਦਕ ਧੀਰ ਮੱਲੀਆਂ ਵਰਗਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਤੇ ਗੋਲੀ ਤੱਕ ਵੀ ਚਲਾਈ ਕਿ ਸਤਿਗੁਰੂ ਜੀ ਨੂੰ ਮੁਕਾ ਹੀ ਦਿੱਤਾ ਜਾਵੇ। ਪਰ ਜਿਸ ਦਾ ਰਖਵਾਲਾ ਪਰਮੇਸ਼ਰ ਹੋਵੇ ਉਸ ਨੂੰ ਕੌਣ ਮਾਰ ਸਕਦਾ ਹੈ? ਜਿਸ ਨੂੰ ਪਰਮਾਤਮਾ ਬਚਾਉਣ ਵਾਲਾ ਹੋਵੇ ਉਹਨੂੰ ਕੋਈ ਨਹੀਂ ਖਤਮ ਕਰ ਸਕਦਾ। ਜਿਹਨੂੰ ਪਰਮਾਤਮਾ ਖਤਮ ਕਰਨ ਤੇ ਆ ਜਾਵੇ ਤੇ ਉਹਨੂੰ ਕੋਈ ਬਚਾ ਨਹੀਂ ਸਕਦਾ। ਪਿਆਰੀ ਸਾਧ ਸੰਗਤ, ਇੱਥੇ ਵੀ ਸਤਿਗੁਰਾਂ ਦਾ ਸਾਨੂੰ ਬਹੁਤ ਵੱਡੀ ਸਿੱਖਿਆ ਹੈ। ਅੱਜ ਵੇਖੋ ਇੱਕ ਕਰੋਨਾ ਦੀ ਭਿਆਨਕ ਬਿਮਾਰੀ ਦਾ ਸਮਾਂ ਚੱਲ ਰਿਹਾ ਏ ਪਰ ਸਾਡੇ ਵਿਸ਼ਵਾਸ ਵੇਖੋ ਕਿੰਨੇ ਡੋਲੇ ਹੋਏ ਨੇ। ਆਪ ਜੀਆਂ ਦੇ ਉੱਤੇ ਤਾਂ ਕਿਰਪਾ ਹੈ ਗੁਰੂ ਸਾਹਿਬ ਜੀ ਦੀ। ਕਈ ਥਾਵਾਂ ਦੇ ਉੱਤੇ ਵੇਖਿਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਜਿਹੜੀ ਏ ਉਹ ਮੂੰਹ ਦੇ ਉੱਤੇ ਮਾਸਕ ਪਾ ਕੇ ਬੈਠੀ ਹੋਈ ਏ।
ਤੇ ਕਈ ਤੇ ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਹੀ ਨਹੀਂ ਟੇਕਦੇ ਵੀ ਇੱਥੇ ਪਤਾ ਨਹੀਂ ਕਿੰਨਿਆਂ ਦੇ ਹੱਥ ਲੱਗੇ ਹੋਏ ਨੇ। ਨਿਸ਼ਾਨ ਸਾਹਿਬ ਜੀ ਨੂੰ ਨਤਮਸਤਕ ਹੀ ਨਹੀਂ ਹੁੰਦੇ ਵੀ ਇੱਥੇ ਦੇ ਹੱਥ ਲੱਗੇ ਹੋਏ ਨੇ। ਪੈਰ ਹੀ ਨਹੀਂ ਧੋਂਦੇ। ਇੰਨਾ ਡਰ, ਇੰਨਾ ਖੌਫ ਜੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਪੈ ਗਿਆ ਤੇ ਬਚਾ ਕਿੱਥੋਂ ਹੋਵੇਗਾ। ਇਹ ਗੁਰੂ ਉਹ ਹੈ ਜਿਹਦੇ ਹੁਕਮ ਦੇ ਵਿੱਚ ਕਰੋਨਾ ਨਾਂ ਦੀਆਂ ਭਿਆਨਕ ਬਿਮਾਰੀਆਂ ਆਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਉਣਗੀਆਂ ਵੀ, ਤੇ ਬਚਾਉਣ ਵਾਲਾ ਵੀ ਕੇਵਲ ਤੇ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਹਨਾਂ ਤੋਂ ਇਲਾਵਾ ਹੋਰ ਕੋਈ ਨਹੀਂ। ਜਿਸ ਨੂੰ ਹੁਕਮ ਦੇ ਅੰਦਰ ਬਿਮਾਰੀ ਲੱਗਣੀ ਉਹਨੂੰ ਲੱਗ ਹੀ ਜਾਣੀ ਹੈ, ਤੇ ਜਿਹਨੂੰ ਨਹੀਂ ਲੱਗਣੀ ਉਹ ਜਿਹਦਾ ਰਾਖਾ ਅਕਾਲ ਪੁਰਖ ਆਪ ਹੋਵੇਗਾ ਤੇ ਉਹਦਾ ਕੋਈ ਵਾਲ ਵਿੰਗਾ ਨਹੀਂ ਜੇ ਕਰ ਸਕਦਾ। ਪਰ ਅੱਜ ਸਾਡੇ ਅੰਦਰ ਖੌਫ ਇੰਨਾ ਵੱਧ ਗਿਆ। ਸਤਿਗੁਰੂ ਜੀ ਦੀ ਬਾਣੀ ਦੇ ਨਾਲ ਜੁੜੀਏ, ਐਵੇਂ ਉੱਪਰੋਂ ਨਹੀਂ ਕਿ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਿਆ, ਜਪਜੀ ਸਾਹਿਬ ਜੀ ਦਾ ਪਾਠ ਕਰ ਲਿਆ, ਗੁਰੂ ਘਰ ਵਿੱਚ ਜਾ ਕੇ ਸੇਵਾ ਕਰ ਲਈ ਤੇ ਓਪਰੇ ਮਨਾਂ ਦੇ ਨਾਲ ਨਹੀਂ। ਬਾਣੀ ਪੜ੍ਹੀਏ, ਸੇਵਾ ਕਰੀਏ, ਪਰ ਕਰੀਏ ਤਨ ਤੇ ਮਨ ਦੇ ਨਾਲ। ਜਿਸ ਵੇਲੇ ਤਨ ਤੇ ਮਨ ਧਨ ਇਹ ਸਾਰਾ ਕੁਝ ਗੁਰੂ ਨੂੰ ਅਰਪਿਤ ਕੀਤਾ ਹੋਵੇਗਾ ਨਾ, ਫਿਰ ਕਿਸੇ ਪ੍ਰਕਾਰ ਦਾ ਕੋਈ ਖੌਫ ਸਾਨੂੰ ਸਤਾ ਨਹੀਂ ਸਕੇਗਾ। ਵਿਸ਼ਵਾਸ ਹੋਵੇਗਾ ਮੇਰਾ ਗੁਰੂ ਸਭ ਤੋਂ ਉੱਤੇ ਹੈ, ਮੇਰਾ ਗੁਰੂ ਉਹ ਹੈ ਜੋ ਸਾਰਿਆਂ ਸੁੱਖਾਂ ਦਾ ਮਾਲਕ ਹੈ, ਜੋ ਸਾਰਿਆਂ ਭੰਡਾਰਿਆਂ ਦਾ ਮਾਲਕ ਹੈ। ਅੱਜ ਅਸੀਂ ਸਤਿਗੁਰੂ ਜੀਆਂ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਤੇ ਅੱਜ ਅਰਦਾਸ ਕਰੀਏ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ। ਜਿੰਨੀ ਸੰਗਤ ਅਸੀਂ ਗੁਰੂ ਦਰਬਾਰ ਅੰਦਰ ਜੁੜ ਬੈਠੀ ਹੈ, ਆਪਣੇ ਮਨਾਂ ਦੇ ਵਿੱਚ ਆਪਣੇ ਜੀਵਨ ਨੂੰ ਅਸੀਂ ਆਪ ਜਾਣਦੇ ਹਾਂ ਜਾਂ ਸਾਡੇ ਸਤਿਗੁਰੂ ਜੀ ਜਾਣਦੇ ਨੇ, ਹੋਰ ਕੋਈ ਨਹੀਂ ਜਾਣ ਸਕਦਾ, ਕਿਉਂਕਿ ਅੰਤਰਜਾਮੀ ਕੇਵਲ ਤੇ ਕੇਵਲ ਸਤਿਗੁਰੂ ਜੀ ਹਨ। ਅਰਦਾਸ ਕਰੀਏ, ਜੇ ਤਾਂ ਗੁਰੂ ਵਾਲੇ ਹਾਂ ਤੇ ਬੜੇ ਹੀ ਵਧਾਈ ਦੇ ਪਾਤਰ ਹਾਂ, ਤੇ ਜੇ ਅਲੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਅਜੇ ਬਣੇ ਨਹੀਂ, ਤਾਂ ਹੱਥ ਜੋੜ ਕਰਕੇ ਝੋਲੀ ਅੱਡ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤਰਸ ਕਰੋ, ਕਿਰਪਾ ਕਰੋ ਗੁਰੂ ਪਿਤਾ ਜੀ ਕਿ ਸਾਨੂੰ ਮਨੁੱਖਾ ਜੀਵਨ ਆਪ ਜੀ ਨੇ ਬਖਸ਼ਿਸ਼ ਕੀਤਾ ਹੈ, ਕੀਮਤੀ ਮਨੁੱਖਾ ਜੀਵਨ ਦਿੱਤਾ, ਕੀਮਤੀ ਮਨੁੱਖਾ ਸਰੀਰ, ਮਨੁੱਖਾ ਜੀਵਨ ਦੇ ਸਵਾਸ ਤੁਹਾਨੂੰ ਬਖਸ਼ੇ ਨੇ। ਕਿਤੇ ਇਹ ਸਾਡਾ ਜੀਵਨ ਐਵੇਂ ਹੀ ਬਰਬਾਦ ਨਾ ਹੋ ਜੇ, ਐਵੇਂ ਵਿਕਾਰਾਂ ਦੇ ਵਿੱਚ ਮਾਇਆ ਦੀ ਦਲਦਲ ਦੇ ਵਿੱਚ ਹੀ ਨਾ ਬਰਬਾਦ ਹੋ ਜੇ। ਸਤਿਗੁਰੂ ਜੀ ਸਾਨੂੰ ਆਪਣੇ ਨਾਮ ਦੇ ਨਾਲ ਜੋੜ ਲਵੋ, ਖੰਡੇ ਬਾਟੇ ਦੇ ਅੰਮ੍ਰਿਤ ਦੇ ਨਾਲ ਜੋੜ ਲਵੋ। ਅਰਦਾਸ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਚਰਨ ਕਮਲਾਂ ਦੇ ਵਿੱਚ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀਓ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਿ ਸਤਿਗੁਰ ਬਾਝੋਂ ਗੁਰ ਨਹੀਂ ਕੋਈ। ਸਾਰੀ ਸੰਗਤ ਪ੍ਰੇਮ ਨਾਲ ਪੜੋ ਜੀ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ। ਨਿਗੁਰੇ ਕਾਹੈ ਨਾਉ ਬੁਰਾ, ਨਿਗੁਰੇ ਕਾਹੈ ਨਾਉ ਬੁਰਾ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਨਿਗੁਰੇ ਕਾਹੈ ਨਾਉ ਬੁਰਾ, ਨਿਗੁਰੇ ਕਾਹੈ ਨਾਉ ਬੁਰਾ। ਸੋ ਇਉਂ ਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਤੇ ਅਸੀਂ ਨਗੁਰੇ ਬਣ ਕੇ ਸੰਸਾਰ ਤੋਂ ਨਾ ਚਲੇ ਜਾਈਏ। ਅੱਜ ਅਸੀਂ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦੇ ਹਾਂ, ਜੋਤੀ ਜੋਤ ਸਮਾਵਣ ਦਿਵਸ ਮਨਾਉਂਦੇ ਹਾਂ, ਤੇ ਇਹ ਨਹੀਂ ਕਿ ਅਖੰਡ ਪਾਠ ਸਾਹਿਬ ਰੱਖਿਆ,
ਬਾਣੀ ਦਾ ਪ੍ਰਵਾਹ ਚੱਲਿਆ, ਪਾਠ ਸਰਵਣ ਕਰ ਲਿਆ, ਅਰਦਾਸ ਹੋ ਗਈ, ਕੀਰਤਨ ਹੋ ਗਿਆ, ਕਥਾ ਵਿਚਾਰਾ ਹੋ ਗਈਆਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਛਕਿਆ, ਚਲੋ ਘਰਾਂ ਨੂੰ ਚੱਲੀਏ। ਅੱਜ ਤੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਆਏ ਹਾਂ। ਨਹੀਂ ਨਹੀਂ, ਜੇ ਜੀਵਨ ਦੇ ਵਿੱਚ ਕੋਈ ਬਦਲਾਅ ਹੀ ਨਾ ਆਇਆ ਤੇ ਕਾਹਦਾ ਪ੍ਰਕਾਸ਼ ਦਿਹਾੜਾ ਮਨਾਇਆ। ਜੇ ਨਿਤ ਪੜ੍ਹਦੇ ਹੀ ਰਹਿ ਗਏ, ਤੇਗ ਬਹਾਦਰ ਸਿਮਰਿਆ ਕਰ ਨਾਉਨ ਦੀ ਆਵੈ ਧਾਏ, ਸਭ ਥਾਈ ਹੋਏ ਸਹਾਏ, ਤੇ ਜੀਵਨ ਦੇ ਵਿੱਚ ਸਿਮਰਿਆ ਨਾ। ਸਿਮਰਨ ਤੋਂ ਭਾਵ ਕੀ? ਇਹ ਕਹਿਣ ਮਾਤਰ ਬੋਲ ਦਿੱਤਾ ਤੇ ਸਿਮਰਨ ਹੋ ਗਿਆ? ਨਹੀਂ। ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਬਾਣੀ ਹੈ, ਜੋ ਉਹਨਾਂ ਦੇ ਮੁੱਖ ਸਿਧਾਂਤ ਨੇ, ਗੁਰਮੁਖ ਦੇ ਫਲਸਫੇ ਦੇ ਸਿਧਾਂਤ ਨੇ, ਜੋ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਕੀਤਾ ਹੈ, ਜੇਕਰ ਅਸੀਂ ਉਹਦੇ ਅਨੁਸਾਰ ਆਪਣਾ ਜੀਵਨ ਬਣਾਵਾਂਗੇ, ਆਪਣੇ ਬੱਚਿਆਂ ਦਾ ਬਣਾਵਾਂਗੇ, ਆਪ ਇਤਿਹਾਸ ਤੋਂ ਜਾਣੂ ਹੋਵਾਂਗੇ, ਆਪਣੇ ਬੱਚਿਆਂ ਨੂੰ ਕਰਾਵਾਂਗੇ, ਤੇ ਫਿਰ ਅਸਲ ਦੇ ਵਿੱਚ ਤੇਗ ਬਹਾਦਰ ਸਿਮਰਿਆ ਕਰ ਨਾਉਨ ਦ ਆਵੈ ਧਾਵੈ, ਇਹ ਬਰਕਤ ਫੇਰ ਵਾਪਰਨੀ ਹੈ। ਪੜ੍ਹਨ ਮਾਤਰ ਨਹੀਂ ਕਿ ਪੜ੍ਹ ਦਿੱਤਾ ਤੇ ਸੁਣ ਲਿਆ ਤੇ ਘਰ ਜਾ ਕੇ ਮਨ ਮਤਾਂ ਕਰ ਲਈਆਂ ਤੇ ਸੋਚੀਏ ਵੀ ਹੁਣ ਤੇ ਗੁਰੂ ਨੇ ਨੌ ਨਿਧੀਆਂ ਦੇ ਹੀ ਦੇਣੀਆਂ, ਹੁਣ ਤੇ ਮਾਇਆ ਆ ਹੀ ਜਾਣੀ ਹੈ ਤੇ ਹੁਣ ਹੋਰ ਕੁਝ ਕਰਨ ਦੀ ਲੋੜ ਨਹੀਂ। ਨਹੀਂ ਨਹੀਂ ਭਾਈ, ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਪਹਿਲ ਦੇ ਆਧਾਰ ਤੇ ਕਬੀਰ ਨਿਗੁਸਾਏ ਬਹਿ ਗਏ, ਠਾਂਗੀ ਨਾਹੀ ਕੋਏ, ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ, ਨ ਬੁਰੇ ਲੋਕ ਕਈ ਆਏ ਸੰਸਾਰ ਤੇ ਕਈ ਚੜੇ ਗਏ। ਉਹਨਾਂ ਨੂੰ ਥੰਮਣ ਵਾਲਾ ਕੋਈ ਨਹੀਂ ਸੀ, ਨਾ ਤੇ ਲੋਕ ਵਿੱਚ ਤੇ ਨਾ ਹੀ ਪਰਲੋਕ ਦੇ ਵਿੱਚ। ਦੀਨ ਦੁਨੀਆ ਦੇ ਰੱਖਿਅਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਆਪਣੇ ਮਨਾਂ ਦੇ ਅੰਦਰ ਸਭ ਤੋਂ ਪਹਿਲਾਂ ਤਾਂ ਇਹ ਵਿਸ਼ਵਾਸ ਪੱਕਾ ਕਰੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਵੀਰਾਂ ਦੇ ਵਿੱਚ ਫਿਰ ਵੀ ਲਗਭਗ ਚੜ੍ਹਦੀ ਕਲਾ ਹੈ। ਮੇਰੀਆਂ ਭੈਣਾਂ, ਨੌਜਵਾਨ ਭੈਣਾਂ, ਤਿੰਨਾਂ ਦੇ ਚਰਨਾਂ ਵਿੱਚ ਬੇਨਤੀ ਕਰਾਂਗੀ ਕਿ ਭੈਣੋ, ਆਪਣਾ ਜੀਵਨ ਸਵਾਰੋ। ਵੇਖਾ ਵੇਖੀ ਫੈਸ਼ਨ ਪ੍ਰਸਤੀ ਦੇ ਵਿੱਚ ਪੈ ਕਰਕੇ ਤੇ ਜੀਵਨ ਨੂੰ ਵਕਾਰਾਂ ਦੀ ਅੱਗ ਵਿੱਚ ਸਾੜੋ ਨਾ ਤੇ ਆਪਣਾ ਜੀਵਨ ਬਰਬਾਦ ਕਰੋ ਤੇ ਨਾ ਹੋਰਾਂ ਨੂੰ ਵਕਾਰਾਂ ਦੇ ਲਈ ਉਕਸਾ ਕੇ ਤੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਗੁਨਾਹ ਕਰਨ ਲਈ ਸੱਦਾ ਨਾ ਦਿਓ। ਫਿਰ ਅਸੀਂ ਕਹਿੰਦੇ ਹਾਂ ਜੀ ਪਾਪ ਹੋ ਗਿਆ, ਬਲਾਤਕਾਰ ਹੋ ਗਿਆ, ਧੀ ਦੀ ਜ਼ਿੰਦਗੀ ਬਰਬਾਦ ਹੋ ਗਈ। ਪਰ ਪੁੱਛਿਆ ਤੇ ਜਾਵੇ ਕਿ ਧੀ ਕਰਦੀ ਕੀ ਫਿਰਦੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਜੀਵਨ ਬਖਸ਼ਿਆ ਹੈ ਨਾ, ਉਹਦੇ ਅਸੀਂ ਪਾਤਰ ਬਣਨਾ ਹੈ, ਉਹਦੇ ਅਸੀਂ ਯੋਗ ਬਣਨਾ ਹੈ। ਫਿਰ ਕਿਸੇ ਦੀ ਵੀ ਹਿੰਮਤ ਨਹੀਂ ਕਿ ਤੁਹਾਡੇ ਵੱਲ ਕੋਈ ਕੈੜੀ ਅੱਖ ਕਰਕੇ ਵੀ ਦੇਖ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਆਪਣੇ ਗੁਰਸਿੱਖਾਂ ਦੇ ਅੰਗ ਸੰਗ ਨੇ, ਹਮੇਸ਼ਾ ਹੀ ਆਪਣੇ ਗੁਰਸਿੱਖਾਂ ਦੇ ਨਾਲ ਰਹਿੰਦੇ ਨੇ, ਆਪਣੇ ਬੱਚੀਆਂ ਦੇ ਅੰਗ ਸੰਗ ਰਹਿੰਦੇ ਨੇ। ਮਹਾਨ ਇਤਿਹਾਸ ਹੈ। ਜੇ ਸਾਖੀਆਂ ਸੁਣਾਈ ਜਾਵਾਂਗੇ ਤੇ ਬਹੁਤ ਲੰਬਾ ਸਮਾਂ, ਭਾਵੇਂ ਸਾਰਾ ਜੀਵਨ ਵੀ ਲੱਗੇ ਰਹੀਏ, ਤਾਂ ਵੀ ਸਤਿਗੁਰਾਂ ਦੀ ਵਡਿਆਈਆਂ ਮੁੱਕਣ ਵਾਲੀਆਂ ਨਹੀਂ। ਪਰ ਟੂਕ ਮਾਤਰ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਕੀਤੀ ਹੈ, ਕੇਵਲ ਤੇ ਕੇਵਲ ਪ੍ਰਕਾਸ਼ ਦਿਹਾੜੇ ਨਾਲ ਸੰਬੰਧਿਤ ਸਤਿਗੁਰਾਂ ਦਾ ਇਤਿਹਾਸ ਤੇ ਬਹੁਤ ਹੀ ਲਾਸਾਨੀ ਤੇ ਬਹੁਤ ਹੀ ਲੰਮੇਰਾ ਹੈ ਤੇ ਕਿਸੇ ਪ੍ਰਕਾਰ ਦੇ ਨਾਲ ਕਹੇ ਕੋਈ ਕਿ ਮੈਂ ਅੰਤ ਪਾ ਲਵਾਂਗਾ, ਨਹੀਂ। ਟੂਕ ਮਾਤਰ ਬੇਨਤੀਆਂ ਕੀਤੀਆਂ ਹਨ ਆਪ ਜੀਆਂ ਦੇ ਚਰਨਾਂ ਦੇ ਵਿੱਚ। ਖੰਡੇ ਬਾਟੇ ਦਾ ਅੰਮ੍ਰਿਤ ਛਕੋ ਮੇਰੀਓ ਭੈਣੋ। 5 ਕਕਾਰਾਂ ਦੇ ਧਾਰਨੀ ਹੋ ਕੇ ਸਿਰ ਤੇ ਸੋਹਣੀ ਦਸਤਾਰ ਸਜਾਇਆ ਕਰੋ। ਪਹਿਲਾਂ ਤੇ ਮੇਰੀਆਂ ਭੈਣਾਂ ਦੀਆਂ ਚੁੰਨੀਆਂ ਗਲਾਂ ਦੇ ਵਿੱਚ ਆਈਆਂ, ਸਿਰ ਤੇ ਸੀ, ਫਿਰ ਗਲੇ ਦੇ ਵਿੱਚ ਆ ਗਈ, ਗਲੇ ਤੋਂ ਵੀ ਹੇਠਾਂ ਉਤਰ ਗਈ ਤੇ ਸਾਰਾ ਕੁਝ ਨੰਗੇਜ ਹੋ ਗਿਆ। ਸਾਰਾ ਕੁਝ ਹੀ ਨੰਗੇਜ ਹੋਇਆ ਫਿਰਦਾ ਏ ਤੇ ਦੁਨੀਆ ਦੇ ਵਿੱਚ ਅਸੀਂ ਪਤਾ ਨਹੀਂ ਕਿਹੜਾ ਮਾਡਰਨ ਪੁਣਾ ਪਾੜ ਕੇ ਤੇ ਅਸੀਂ ਕਿਹੜੀਆਂ ਤਰੱਕੀਆਂ ਹਾਸਲ ਕਰ ਲੈਣੀਆਂ ਨੇ। ਆਪਣੇ ਗੁਰੂ ਦੇ ਵੱਲ ਵੇਖੋ, ਸੰਸਾਰ ਵੱਲ ਨਹੀਂ। ਗੁਰੂ ਨੂੰ ਖੁਸ਼ ਕਰਨਾ ਹੈ, ਸੰਸਾਰ ਨੂੰ ਨਹੀਂ। ਸੰਸਾਰ ਨੂੰ ਖੁਸ਼ ਕਰੋਗੇ ਇੱਕ ਦਿਨ ਆਪ ਹੀ ਦੁੱਖਾਂ ਦਾ ਘਰ ਬਣ ਜਾਓਗੇ। ਜੇ ਗੁਰੂ ਨੂੰ ਖੁਸ਼ ਕਰੋਗੇ ਤੇ ਲੋਕ ਤੇ ਪਰਲੋਕ ਦੀਆਂ ਖੁਸ਼ੀਆਂ ਤੁਹਾਡੇ ਪੈਰ ਚੁੰਮਣਗੀਆਂ। ਤੇ ਜੋ ਮਨੁੱਖਾ ਜੀਵਨ ਦਾ ਸਾਡਾ ਮਨੋਰਥ ਹੈ, ਕਬੀਰ ਮਾਨਸ ਜਨਮ ਦਿਲੰਬ ਹੈ, ਹੋਏ ਨਾ ਬਾਰੈ ਬਾਰ, ਜੋ ਬਨ ਫਲ ਪਾਕੇ ਭੋਏ ਗਿਰਹੇ, ਬਹੁਰ ਨਾ ਲਾਗੇ ਡਾਰ। ਰੋਜ਼ਾਨਾ ਪੜ੍ਹਦੇ ਹਾਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਅੰਦਰ, ਭਈ ਪ੍ਰਾਪਤ ਮਾਨੁਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਸਾਡਾ ਮਨੋਰਥ ਜਿਹੜਾ ਹੈ ਫੇਰ ਸਫਲਾ ਹੋਣਾ ਹੈ। ਆਪ ਬਾਣੀ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਆਪ ਗੁਰੂ ਵਾਲੇ ਬਣੋ, ਬੱਚਿਆਂ ਨੂੰ ਬਣਾਓ ਤਾਂ ਕਿ ਸਿੱਖੀ
ਦੀ ਨੀਂਹ ਜਿਹੜੀ ਹੈ ਉਹ ਮਜ਼ਬੂਤ ਹੋਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਮਾਣ ਮਹਿਸੂਸ ਕਰਨ ਕਿ ਇਹਨਾਂ ਦੇ ਖਾਤਰ ਸਾਰਾ ਕੁਝ ਕੁਰਬਾਨ ਕੀਤਾ ਤੇ ਵਾਕਈ ਹੀ ਮੇਰੇ ਗੁਰਸਿੱਖ ਜਿਹੜੇ ਨੇ ਸੱਚੇ ਦਿਲੋਂ ਮੈਨੂੰ ਪਿਆਰ ਕਰਦੇ ਨੇ। ਐ ਵੇਖਾ ਵੇਖੀ ਨਹੀਂ, ਇਹਨਾਂ ਦਾ ਮਨ ਸੱਚੀ ਹੀ ਆਪਣੇ ਗੁਰੂ ਦੇ ਉੱਤੇ ਰਿੱਝਿਆ ਹੋਇਆ ਹੈ ਤਾਂ ਕਿ ਲੋਕ ਤੇ ਪਰਲੋਕ ਦੋਵੇਂ ਹੀ ਸਵਰ ਸਕਣ। ਸੋ ਇਤਨੀਆਂ ਵੀ ਬੇਨਤੀਆਂ ਕਰਦੇ ਹੋਏ ਖਿਮਾ ਤੇ ਜਾਚਕ ਹਾਂ, ਗੁਰਬਾਣੀ ਦੀਆਂ ਗੁਰ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਹੋਇਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਪਿਆਰੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀਓ। ਸਵੰਤ ਵਿੱਚ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਾਸਰਿਆਂ ਨੂੰ ਐਸ ਯੋਗ ਸਮਝਿਆ ਕਿ ਆਪ ਜੀ ਵਰਗੀਆਂ ਸੰਗਤਾਂ ਦਾ ਦਰਸ਼ਨ ਦੀਦਾਰ ਕਰ ਸਕੀਏ। ਪਠਾਨਕੋਟ ਸ਼ੁਕਰ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ, ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਸਾਰੀਆਂ ਵਡਿਆਈਆਂ ਹਨ, ਬਖਸ਼ਿਸ਼ਾਂ ਹਨ, ਦਾਤਾਂ ਹਨ। ਆਪ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਪਿਆਰ ਦਾ ਸਬੂਤ ਦਿੱਤਾ ਹੈ। ਪਾਤਸ਼ਾਹ ਜੀਆਂ ਦੇ ਇਤਿਹਾਸ ਨੂੰ ਪ੍ਰੇਮ ਸਾਥ ਬੈਠ ਕਰਕੇ ਸਰਵਣ ਕੀਤਾ ਹੈ ਇਕਾਗਰ ਮਨ ਦੇ ਨਾਲ। ਆਪ ਸਰਬੱਤ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਅਗਲਾ ਪ੍ਰੋਗਰਾਮ ਪ੍ਰਬੰਧਕ ਵੀਰਾਂ ਦੇ ਪਾਸੋਂ ਸਰਵਣ ਕਰੋ। ਸੋ ਅੰਤ ਵਿੱਚ ਪ੍ਰੇਮ ਸਹਿਤ ਫਤਿਹ ਬੁਲਾਓ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।